ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਆਪਾਂ ਇੱਥੇ ਕੰਪਿਊਟਰ ਕਰ ਰਹੇ ਹਾਂ ਪਟਵਾਰੀ ਐਗਜ਼ਾਮ ਦੇ ਵਾਸਤੇ ਬਹੁਤ ਵਧੀਆ ਢੰਗ ਦੇ ਨਾਲ। ਕੱਲ ਆਪਾਂ ਪੜ੍ਹਿਆ ਸੀ ਰਾਜੇ DBMS ਦੇ ਬਾਰੇ, ਤੇ ਅੱਜ ਬੇਸਿਕਲੀ ਆਪਾਂ ਐਂ ਕਹਿ ਸਕਦੇ ਹਾਂ ਉਹਦਾ ਪਾਰਟ ਨੰਬਰ 2 ਹੈ, ਭਾਗ ਦੂਜਾ ਲੈ ਕੇ ਆਏ ਹਾਂ ਆਪਾਂ DBMS ਦਾ। ਤੇ ਵੈਸੇ ਤਾਂ ਤੁਹਾਨੂੰ ਜਿੰਨਾ ਮੈਂ ਪਾਰਟ 1 ਦੇ ਵਿੱਚ ਕਰਵਾਤਾ ਉਹ ਸਫੀਸ਼ੀਐਂਟ ਹੈ, ਪਰ ਆਪਾਂ ਤੁਹਾਨੂੰ ਪਤਾ ਕਿ ਇੱਥੇ ਤੁਹਾਡੀ ਤਸੱਲੀ ਕਰਾਉਣੀ ਹੈ। ਤਸੱਲੀ ਦਾ ਮਤਲਬ ਕਿ ਆਪਾਂ 101% 'ਤੇ ਲੈ ਕੇ ਜਾਣਾ ਆਪਣੇ ਕੰਪਿਊਟਰ ਸਬਜੈਕਟ ਨੂੰ। ਤਾਂ ਮੈਂ ਨਹੀਂ ਚਾਹੁੰਦਾ ਕਿ ਕੋਈ ਇੱਦਾਂ ਦਾ ਪੁਆਇੰਟ ਤੁਹਾਨੂੰ ਐਗਜ਼ਾਮ 'ਚ ਦੇਖਣ ਨੂੰ ਮਿਲੇ ਜਿਹੜਾ ਕਿ ਆਪਾਂ ਕਵਰ ਨਾ ਕੀਤਾ ਹੋਵੇ। ਤਾਂ ਇਸ ਕਰਕੇ ਆਪਾਂ ਅੱਜ ਜਿਹੜੀ ਚੀਜ਼ ਉੱਥੇ ਰਹਿ ਗਈ ਆਪਣੀ ਅੱਜ ਪਾਰਟ 2 ਦੇ ਵਿੱਚ ਕਵਰ ਕਰਾਂਗੇ, ਅਤੇ ਅੱਜ DBMS ਆਪਣਾ ਕੀ ਹੋ ਜਾਊਗਾ, ਖਤਮ ਹੋ ਜਾਊਗਾ। ਵੈਸੇ ਤਾਂ DBMS ਕੀ ਆ, ਬਹੁਤ ਵਾਸਟ ਟੌਪਿਕ ਆ ਰਾਜੇ, ਜਿੰਨਾ ਕੁਛ ਮਰਜ਼ੀ ਪੜ੍ਹ ਲਓ ਇਹ ਤੋਂ, ਪਰ ਆਪਾਂ ਸਮਾਰਟ ਵਰਕ ਨਾਲ ਪੜ੍ਹਨਾ। ਆਪਾਂ ਉਹ ਚੀਜ਼ ਪੜ੍ਹਨੀ ਹੈ ਜਿਹੜੀ ਕਿ ਆਪਣੇ ਵਾਸਤੇ ਕੀ ਹੋਊਗੀ, ਬੈਨੀਫਿਸ਼ੀਅਲ ਹੋਊਗੀ ਐਗਜ਼ਾਮ ਵਾਸਤੇ। ਤੇ ਅੱਜ ਦਾ ਟੌਪਿਕ ਵੀ ਤੁਸੀਂ 2 ਵਾਰ ਰਿਪੀਟ ਕਰ ਲੈਣਾ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੀ ਪਹਿਲਾਂ ਵੀਡੀਓ ਮੈਂ ਪਾਈ ਹੈ ਉਹਨੂੰ ਵੀ ਰਿਪੀਟ ਕਰ ਲਓ 2 ਵਾਰ, ਤੇ ਅੱਜ ਵਾਲੇ ਨੂੰ ਵੀ ਰਿਪੀਟ ਕਰ ਲਿਓ। ਤੇ ਵੀਡੀਓ ਨੂੰ ਐਂਡ ਤੱਕ ਦੇਖਿਓ। ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤੇ ਜਿਹੜੇ ਬੱਚੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਚਲੋ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਪਾਰਟ ਨੰਬਰ 2। ਸਟਾਰਟ ਕਰਦੇ ਹਾਂ ਰਾਜੇ ਅੱਜ ਦਾ ਬੇਸਿਕਲੀ ਪਾਰਟ ਨੰਬਰ 2 ਹੈ। ਇਸ ਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਹੋਰ ਤੁਹਾਨੂੰ ਮੈਂ ਐਡ ਆਨ ਕਰ ਰਿਹਾ ਵੀ ਜਿਹੜਾ DBMS ਦੀ ਟਾਈਪਸ ਹੈਗੀਆਂ ਰਾਜੇ, ਬੇਸਿਕਲੀ ਜਿਹੜਾ ਇਹਦਾ ਸਕੀਮਾ ਹੈਗਾ 2 ਤਰ੍ਹਾਂ ਦੇ ਨਾਲ ਬਣਾਇਆ ਜਾਂਦਾ। ਸਕੀਮਾ ਹੁੰਦਾ ਸਟਰਕਚਰ, ਤਾਂ 2 ਤਰ੍ਹਾਂ ਦੇ ਢੰਗ ਦੇ ਨਾਲ ਇਹਦਾ ਸਕੀਮਾ ਡਿਵਾਈਡ ਕੀਤਾ ਗਿਆ ਰਾਜੇ। ਫਸਟ ਹੈਗਾ ਸੈਂਟਰਲਾਈਜ਼ਡ ਡਾਟਾਬੇਸ। ਸੈਂਟਰਲਾਈਜ਼ਡ ਡਾਟਾਬੇਸ, ਜਿਵੇਂ ਮੰਨ ਲਓ ਤੁਹਾਡੀ ਕਲਾਸ ਦੇ ਵਿੱਚ ਟੀਚਰ ਇੱਕ ਹੈ, ਪੜ੍ਹਨ ਵਾਲੇ ਕਿੰਨੇ ਨੇ, ਮਲਟੀਪਲ ਸਟੂਡੈਂਟਸ ਨੇ, ਉਵੇਂ ਰਾਜੇ ਕੀ ਹੁੰਦਾ ਵੀ ਇੱਕ ਸਰਵਰ ਹੁੰਦਾ, ਤਾਂ ਉਹਦੇ ਨਾਲ ਬਾਕੀ ਸਾਰੇ ਕੀ ਹੁੰਦੇ ਨੇ, ਕਲਾਇੰਟ ਅਟੈਚ ਹੁੰਦੇ ਨੇ, ਹੈ ਨਾ। ਤਾਂ ਮੰਨ ਲਓ ਵੀ ਮੈਂ ਇਹ ਕੰਪਿਊਟਰ, ਇਹਦੇ ਵਿੱਚ ਸਾਰਾ ਮੇਰਾ ਡਾਟਾ ਪਿਆ, ਤਾਂ ਬਾਕੀ ਸਾਰੇ ਜਿੰਨੇ ਕੰਪਿਊਟਰ ਇਹਦੇ ਨਾਲ ਅਟੈਚ ਨੇ, ਜਿਹੜੇ ਇਹ ਤੋਂ ਕੀ ਲੈ ਰਹੇ ਨੇ, ਡਾਟਾ ਲੈ ਰਹੇ ਨੇ, ਅਸੈਸ ਕਰ ਰਹੇ ਨੇ। ਇਹਦੀ ਜਿਹੜੀ ਬੈਸਟ ਐਗਜ਼ਾਮਪਲ ਹੁੰਦੀ ਹੈ ਰਾਜੇ, ਤੁਹਾਡਾ ਬੈਂਕਿੰਗ ਸਿਸਟਮ ਹੈ। ਬੈਂਕਿੰਗ ਸਿਸਟਮ ਦੇ ਵਿੱਚ ਕੀ ਹੁੰਦਾ, ਮੰਨ ਲਓ ਸਟੇਟ ਬੈਂਕ ਆਫ ਇੰਡੀਆ ਹੈ, ਤਾਂ ਸਟੇਟ ਬੈਂਕ ਆਫ ਇੰਡੀਆ ਦੀ ਜਿਹੜੀ ਮੇਨ ਬ੍ਰਾਂਚ ਹੈ ਰਾਜੇ, ਉਹ ਤਾਂ ਕਿੱਥੇ ਹੋਊਗੀ, ਜਾਂ ਬੰਬੇ ਹੋਊਗੀ ਜਾਂ ਦਿੱਲੀ ਹੋਊਗੀ। ਮੰਨ ਲਓ ਬੰਬੇ ਹੈ, ਤਾਂ ਹੁਣ ਉਹਦੀ ਬ੍ਰਾਂਚ ਪਟਿਆਲੇ ਦੇ ਵਿੱਚ ਵੀ ਹੈ, ਬਠਿੰਡੇ 'ਚ ਵੀ ਹੈ, ਹਰਿਆਣੇ 'ਚ ਵੀ ਹੈ, ਹਿਮਾਚਲ 'ਚ ਵੀ ਹੈ। ਤਾਂ ਸਾਰੀਆਂ ਬ੍ਰਾਂਚਾਂ ਦਾ ਜਿਹੜਾ ਸੈਂਟਰਲਾਈਜ਼ ਡਾਟਾ ਕਿੱਥੇ ਪਿਆ ਹੁੰਦਾ, ਜਿੱਥੇ ਉਹਦੀ ਸੈਂਟਰਲ ਬ੍ਰਾਂਚ ਹੁੰਦੀ ਹੈ, ਮੇਨ ਬ੍ਰਾਂਚ ਹੁੰਦੀ ਹੈ। ਤਾਂ ਰਾਈਟ ਹੈ, ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਰਾਜੇ। ਜਿੱਥੇ ਇੱਕ ਸੈਂਟਰ ਪੁਆਇੰਟ ਹੋਊਗਾ, ਬਾਕੀ ਸਾਰੇ ਉਹਦੇ ਨਾਲ ਕੀ ਹੋਣਗੇ, ਅਟੈਚ ਹੋਣਗੇ, ਤੇ ਇੱਕ ਸਰਵਰ ਹੋਊਗਾ, ਬਾਕੀ ਸਾਰੇ ਕੀ ਹੋਣਗੇ, ਕਲਾਇੰਟ ਕੰਪਿਊਟਰਸ ਹੋਣਗੇ। ਅਗਰ ਹਾਂਜੀ, ਡਿਸਟਰੀਬਿਊਟਡ ਦੀ ਰਾਜੇ ਜਿਹੜੀ ਬੈਸਟ ਐਗਜ਼ਾਮਪਲ ਹੈਗੀ ਆ, ਤੁਹਾਡਾ ਆਪਣਾ ਗੌਰਮੈਂਟ ਸਿਸਟਮ ਕਹਿ ਸਕਦੇ ਹਾਂ। ਮੰਨ ਲਓ ਹੁਣ ਗੌਰਮੈਂਟ ਦੇ ਵਿੱਚ ਕੀ ਹੁੰਦੇ ਆ, ਵੱਖਰੇ ਵੱਖਰੇ ਡਿਪਾਰਟਮੈਂਟ ਹੁੰਦੇ ਆ। ਮੰਨ ਲਓ ਕੋਈ ਐਜੂਕੇਸ਼ਨ ਡਿਪਾਰਟਮੈਂਟ ਹੈ, ਲੋਕਲ ਗੌਰਮੈਂਟ ਡਿਪਾਰਟਮੈਂਟ ਹੈ, ਠੀਕ ਹੈ, ਤੁਹਾਡਾ ਖੇਤੀਬਾੜੀ ਵਿਭਾਗ ਹੈ। ਤਾਂ ਗੌਰਮੈਂਟ ਦੇ ਜਿੰਨੇ ਵੀ ਡਿਪਾਰਟਮੈਂਟ ਹੋਣਗੇ ਆਪਸ ਵਿੱਚ ਤਾਂ ਕੀ ਹੋਣਗੇ, ਕਨੈਕਟਡ ਹੋਣਗੇ ਨਾ ਕਿਸੇ ਢੰਗ ਦੇ ਨਾਲ। ਹੁਣ ਮੰਨ ਲਓ ਕੋਈ ਗ੍ਰਾਂਟ ਆਉਣੀ ਆ ਤਾਂ ਆਪਣੀ ਕੈਪਟਨ ਸਾਹਿਬ ਤੋਂ ਹੀ ਲੈਣਗੇ ਨਾ, ਚਾਹੇ ਉਹ ਮੰਤਰੀ ਵੱਖਰੇ ਵੱਖਰੇ ਨੇ, ਪਰ ਹਰ ਇੱਕ ਡਿਪਾਰਟਮੈਂਟ ਦਾ ਕੀ ਹੋਊਗਾ, ਆਪਣਾ ਕੀ ਹੋਊਗਾ, ਸਰਵਰ ਹੋਊਗਾ। ਮਤਲਬ ਸਰਵਰ ਜਿਹੜਾ ਮੇਨ ਡਾਟਾ ਹੋਊਗਾ ਅਲੱਗ-ਅਲੱਗ ਹੋਊਗਾ। ਹੁਣ ਮੰਨ ਲਓ ਐਜੂਕੇਸ਼ਨ ਡਿਪਾਰਟਮੈਂਟ ਹੈ ਤਾਂ ਉਹਦਾ ਡਾਟਾ ਅਲੱਗ ਹੋਊਗਾ, ਖੇਤੀਬਾੜੀ ਵਿਭਾਗ ਦਾ ਡਾਟਾ ਅਲੱਗ ਹੋਊਗਾ, ਠੀਕ ਹੈ, ਲੋਕਲ ਗੌਰਮੈਂਟ ਵਾਲਿਆਂ ਦਾ ਡਾਟਾ ਅਲੱਗ ਹੋਊਗਾ, ਪਰ ਕੀ ਹੋਣਗੇ, ਆਪਸ ਦੇ ਵਿੱਚ ਕੀ ਹੋਣਗੇ, ਸਾਰੇ ਇੰਟਰ ਰਿਲੇਟਡ ਹੋਣਗੇ। ਇਹਨੂੰ ਕਹਿ ਦਿੰਦੇ ਆ ਰਾਜੇ ਡਿਸਟਰੀਬਿਊਟਿਡ ਡਾਟਾ ਟਾਈਪਸ, ਡਾਟਾਬੇਸ। ਓਕੇ ਜੀ। ਤਾਂ ਇਹ ਇੱਕ ਛੋਟੀ ਜਿਹੀ ਚੀਜ਼ ਸੀਗੀ, ਵੈਸੇ ਪੁੱਛਿਆ ਤਾਂ ਨਹੀਂ ਜਾਂਦਾ, ਲੇਕਿਨ ਤੁਹਾਨੂੰ ਪਤਾ ਹੋਣੀ ਜ਼ਰੂਰੀ ਹੈ। ਹੁਣ ਨੈਕਸਟ ਆਪਾਂ ਵੱਧਦੇ ਹਾਂ, ਜਿਹੜੀਆਂ ਡਾਟਾਬੇਸ ਦੇ ਵਿੱਚ ਕੁਝ ਲੈਂਗੁਏਜ ਯੂਜ਼ ਕੀਤੀਆਂ ਜਾਂਦੀਆਂ ਰਾਜੇ, ਜਿਹੜੀਆਂ ਕਿ ਹੈਂਡਲ ਕਰਦੀਆਂ ਨੇ ਤੁਹਾਡੇ ਡਾਟਾਬੇਸ ਸਿਸਟਮ ਨੂੰ। ਹੁਣ ਸਭ ਤੋਂ ਪਹਿਲੀ ਰਾਜੇ ਜਿਹੜੀ ਲੈਂਗੁਏਜ ਆਉਂਦੀ ਹੈ ਉਹਨੂੰ ਕਹਿ ਦਿੰਦੇ ਆ DDL। ਬੇਸਿਕਲੀ ਤੁਹਾਡੇ ਤੋਂ ਫੁੱਲ ਫਾਰਮ ਹੀ ਪੁੱਛੀ ਜਾਊਗੀ ਪੇਪਰ ਦੇ ਵਿੱਚ, ਜਾਂ ਇਹ ਪੁੱਛਿਆ ਜਾ ਸਕਦਾ ਵੀ ਜਿਹੜੀ ਆ ਕਮਾਂਡ ਹੈ, ਡਰੋਪ ਕਮਾਂਡ, ਕਿਹੜੀ ਲੈਂਗੁਏਜ ਦੇ ਅੰਡਰ ਆਉਂਦੀ ਹੈ, ਇਹ ਪੁੱਛਿਆ ਜਾ ਸਕਦਾ। ਤਾਂ DDL ਹੁੰਦੀ ਹੈ ਰਾਜੇ ਡਾਟਾ ਡੈਫੀਨੇਸ਼ਨ ਲੈਂਗੁਏਜ। ਹੁਣ ਦੇਖੋ ਨਾਮ ਤੋਂ ਹੀ ਕਲੀਅਰ ਹੈ, ਜਿੱਥੇ ਡਾਟਾ ਦੀ ਆਪਾਂ ਡੈਫੀਨੇਸ਼ਨ ਕ੍ਰੀਏਟ ਕਰਾਂਗੇ, ਜਿੱਥੇ ਐਕਚੁਅਲ ਡਾਟਾ ਕੀ ਕਰ ਸਕਦੇ ਹਾਂ, ਆਪਾਂ ਕ੍ਰੀਏਟ ਕਰਦੇ ਹਾਂ। ਤਾਂ ਇਹਦੇ ਵਿੱਚ ਜਿਹੜੀਆਂ ਕਮਾਂਡ ਯੂਜ਼ ਹੁੰਦੀਆਂ ਰਾਜੇ, ਕ੍ਰੀਏਟ ਹੋ ਗਿਆ, ਡਰੋਪ ਹੋ ਗਈ, ਅਲਟਰ ਹੋ ਗਈ। ਡਰੋਪ ਹੁੰਦਾ ਰਾਜੇ ਜਦੋਂ ਕੋਈ ਮੰਨ ਲਓ ਕੋਈ ਆਬਜੈਕਟ ਨੂੰ ਡਿਲੀਟ ਕਰਨਾ ਹੋਵੇ, ਡਰੋਪ ਕਰਨਾ ਮਤਲਬ ਕੱਢ ਦੇਣਾ। ਤਾਂ ਅਲਟਰ ਹੁੰਦਾ ਜਿਵੇਂ ਮੰਨ ਲਓ ਕੋਈ ਉਹਦੀ ਸਟਰਕਚਰ ਚੇਂਜ ਕਰਨੀ ਹੈ। ਕ੍ਰੀਏਟ ਮਤਲਬ ਕਿ ਨਿਊ ਡਾਟਾਬੇਸ ਆਪਾਂ ਕ੍ਰੀਏਟ ਕਰਦੇ ਹਾਂ, ਟੇਬਲ ਕ੍ਰੀਏਟ ਕਰਦੇ ਹਾਂ। ਤਾਂ ਇਹ ਹੁੰਦੀ ਹੈ ਰਾਜੇ ਡਾਟਾ ਡੈਫੀਨੇਸ਼ਨ ਲੈਂਗੁਏਜ। ਅੱਗੇ ਗੱਲ ਕਰਦੇ ਹਾਂ, ਜਦੋਂ ਇੱਕ ਵਾਰ ਡਾਟਾ ਤਿਆਰ ਹੋ ਗਿਆ ਤਾਂ ਉੱਤੇ ਆਪਾਂ ਮੈਨੂਪਲੇਟ ਕਰਨਾ ਡਾਟਾ ਨੂੰ, ਤਾਂ ਉਹਦੇ ਵਾਸਤੇ ਹੁੰਦੀ ਹੈ ਰਾਜੇ ਡਾਟਾ ਮੈਨੂਪਲੇਸ਼ਨ ਲੈਂਗੁਏਜ।
ਇਹ ਕੀ ਕਰਦੀ ਆ, ਮੰਨ ਲਓ ਕੋਈ ਨਵਾਂ ਕੰਟੈਕਟ ਇਨਸਰਟ ਕਰਨਾ ਹੈ, ਕੋਈ ਸਿਲੈਕਟ ਕਰਨਾ, ਕੋਈ ਅਪਡੇਟ ਕਰਨਾ, ਮੰਨ ਲਓ ਕਿਸੇ ਦਾ ਮੋਬਾਈਲ ਨੰਬਰ ਸੀਗਾ ਉਹ ਮੋਬਾਈਲ ਨੰਬਰ ਅਪਡੇਟ ਕਰਨਾ, ਕੋਈ ਘਰ ਦਾ ਐਡਰੈਸ ਸੀਗਾ ਉਹ ਅਪਡੇਟ ਕਰਨਾ, ਜਾਂ ਕੋਈ ਰਿਕਾਰਡ ਹੈ ਜਿਹੜਾ ਆਪਾਂ ਨੂੰ ਨਹੀਂ ਚਾਹੀਦਾ ਉਹ ਡਿਲੀਟ ਕਰਨਾ। ਇਹ ਸਾਰਾ ਕੌਣ ਕਰਦਾ? DML ਕਰਦੀ ਹੈ। ਇਸ ਤੋਂ ਬਾਅਦ ਅਗਰ ਅੱਗੇ ਗੱਲ ਕਰੀਏ, ਹੁਣ ਮੰਨ ਲਓ ਮੈਂ ਡਾਟਾਬੇਸ ਤਾਂ ਕ੍ਰੀਏਟ ਕਰ ਲਿਆ, ਹੁਣ ਮੈਂ ਇਹ ਦੇਖਣਾ ਵੀ ਮੇਰਾ ਡਾਟਾਬੇਸ ਕੌਣ ਯੂਜ਼ ਕਰੂਗਾ ਕੌਣ ਨਹੀਂ ਕਰ ਸਕਦਾ, ਹੈ ਨਾ। ਆਪਾਂ ਕਿਹਨੂੰ ਸੈਸ ਦੇਣੀ ਆ ਕਿਹਨੂੰ ਨਹੀਂ ਦੇਣੀ, ਜਾਂ ਕਿਹੜੇ ਲੈਵਲ ਤੇ ਕੀ ਡਾਟਾ ਸ਼ੋਅ ਕਰਾਉਣਾ ਆਪਾਂ, ਤਾਂ ਉਹਦੇ ਵਾਸਤੇ ਹੁੰਦੀ ਹੈ ਰਾਜੇ ਡਾਟਾ ਕੰਟਰੋਲ ਲੈਂਗੁਏਜ, ਜਿਹਨੂੰ ਕਹਿ ਦਿੰਦੇ ਆ DCL। ਇਹਦੇ ਵਿੱਚ ਜਿਵੇਂ ਮੰਨ ਲਓ ਗ੍ਰਾਂਟ ਹੋ ਗਿਆ, ਗ੍ਰਾਂਟ ਦਾ ਮਤਲਬ ਕਿ ਮੈਂ ਸੈਸ ਦੇਤੀ ਭਾਈ ਓਕੇ ਆ ਤੂੰ ਆ ਜਾ ਡਾਟਾ ਸੈਸ ਕਰ ਲਾ। ਰਿਵੋਕ ਹੋ ਗਿਆ, ਕੁਝ ਹੋਰ ਕਮਾਂਡ ਵੀ ਯੂਜ਼ ਹੁੰਦੀਆਂ ਨੇ। ਲਾਸਟ ਵਨ ਆ ਗਈ ਰਾਜੇ ਆਪਣੀ TCL ਜਿਹੜੀ ਹੁੰਦੀ ਆ ਟ੍ਰਾਂਜੀਸ਼ਨਸ ਕੰਟਰੋਲ ਲੈਂਗੁਏਜ। ਇਹਦੇ ਵਿੱਚ ਜਿਵੇਂ ਮੰਨ ਲਓ ਕੋਈ ਆਪਾਂ ਟ੍ਰਾਂਜੀਸ਼ਨ ਕਰ ਰਹੇ ਹਾਂ ਤਾਂ ਉਹਦੇ ਵਿੱਚ ਕਮਿਟ ਹੋ ਗਈ, ਰੋਲ ਬੈਕ ਹੋ ਗਈ, ਇੱਦਾਂ ਦੀਆਂ ਲੈਂਗੁਏਜ ਇੱਦਾਂ ਦੀਆਂ ਕਮਾਂਡਸ ਯੂਜ਼ ਕੀਤੀਆਂ ਜਾਂਦੀਆਂ। ਬੇਸਿਕਲੀ ਤੁਸੀਂ ਇਹਦੀਆਂ ਫੁੱਲ ਫਾਰਮ ਯਾਦ ਰੱਖਣੀਆਂ ਨੇ, ਤੇ ਸਭ ਤੋਂ ਇੰਪੋਰਟੈਂਟ ਜਿਹੜੀਆਂ ਹੈਗੀਆਂ ਨੇ ਰਾਜੇ ਦੋ ਹੈਗੀਆਂ ਨੇ DCL, DML ਤੇ DCL। ਇਹ ਤਿੰਨੇ ਬਹੁਤ ਇੰਪੋਰਟੈਂਟ ਨੇ, ਇਹਨਾਂ ਦੇ ਵਿੱਚ ਇੱਕ ਅੱਧੀ ਕਮਾਂਡ ਤੁਸੀਂ ਯਾਦ ਰੱਖ ਲਿਓ। ਰਾਈਟ ਹੈ ਜੀ, ਇੱਥੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਬਾਕੀ ਕੁਐਸਚਨ ਵਗੈਰਾ ਆਪਾਂ ਵੱਖਰੇ ਕਰਾਂਗੇ, ਸਾਰਾ ਕੁਝ ਕਰਾਂਗੇ ਕੁਐਸਚਨ ਇਹਨਾਂ ਦੇ ਉੱਪਰ। ਹੁਣ ਐਪਲੀਕੇਸ਼ਨ ਦੇ ਬਾਰੇ ਦੱਸਣ ਦੀ ਜ਼ਰੂਰਤ ਹੀ ਨਹੀਂ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿਵੇਂ ਬੈਂਕਿੰਗ ਸਿਸਟਮ ਹੋ ਗਿਆ, ਤੁਹਾਡਾ ਟ੍ਰਾਂਜੈਕਸ਼ਨ ਸਿਸਟਮ ਹੋ ਗਿਆ, ਜਿਵੇਂ ਸੇਲ ਹੋ ਰਹੀ ਹੈ ਕਿਤੇ, 에ਅਰਲਾਈਨਸ ਹੋ ਗਏ, ਯੂਨੀਵਰਸਿਟੀਜ਼ ਹੋ ਗਈਆਂ, ਕਾਲਜ ਹੋ ਗਏ, ਸਕੂਲ ਹੋ ਗਏ, HR ਡਿਪਾਰਟਮੈਂਟਸ ਹੋ ਗਏ, ਸਾਰੇ ਥਾਂ ਤੇ ਕਿੱਥੇ ਕੀ ਯੂਜ਼ ਕੀਤਾ ਜਾਂਦਾ? DBMS ਯੂਜ਼ ਕੀਤਾ ਜਾਂਦਾ, ਡਾਟਾਬੇਸ ਮੈਨੇਜਮੈਂਟ ਸਿਸਟਮ। ਓਕੇ ਜੀ। ਅੱਛਾ ਹੁਣ ਆਪਾਂ ਵੱਧਦੇ ਹਾਂ SQL ਕੀ ਹੈ ਰਾਜੇ? ਇੱਕ ਤਰ੍ਹਾਂ ਦਾ ਸੌਫਟਵੇਅਰ ਪੈਕੇਜ ਹੈ ਜਿਹੜਾ ਕਿ ਕੰਪਿਊਟਰ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਐਜ਼ ਏ ਡਾਟਾਬੇਸ। ਹੁਣ ਅੱਜ ਤੱਕ ਪੰਜਾਬ ਦੇ ਮੈਂ ਬਹੁਤ ਪੇਪਰ ਰਿਵਿਊ ਕੀਤੇ, ਉਹਨਾਂ ਵਿੱਚ ਜੋ ਵੀ ਪੁੱਛਿਆ ਗਿਆ ਜਸਟ ਇਹੀ ਪੁੱਛਿਆ ਗਿਆ ਕਿ SQL ਦੀ ਫੁੱਲ ਫਾਰਮ ਕੀ ਹੈ, ਜਾਂ SQL ਕੀ ਹੈ, ਕੀ ਚੀਜ਼ ਹੈ। ਪਰ ਇੱਥੇ ਮੈਂ ਤੁਹਾਨੂੰ ਇਹਦਾ ਕੱਲਾ ਚੀਜ਼ ਦੱਸੂਗਾ ਵੀ ਇਹ ਹੁੰਦਾ ਕੀ ਹੈ, ਕਾਹ ਤੋਂ ਯੂਜ਼ ਹੁੰਦਾ ਹੈ। ਤਾਂ SQL ਕੀ ਹੈ ਰਾਜੇ? ਇੱਕ ਸਟਰਕਚਰ ਕੁਐਰੀ ਲੈਂਗੁਏਜ ਹੈ। ਸਟਰਕਚਰ ਕੁਐਰੀ ਲੈਂਗੁਏਜ ਦਾ ਮਤਲਬ ਕਿ ਕੁਐਰੀਜ਼ ਕੀ ਹੁੰਦੀਆਂ ਨੇ? ਹੁਣ ਮੰਨ ਲਓ ਆਪਣੀ ਕੋਈ ਡਾਊਟ, ਆਪਾਂ ਕਹਿੰਦੇ ਸਰ ਮੇਰੀ ਕੁਐਰੀ ਹੈ, ਉਵੇਂ ਰਾਜੇ ਮੰਨ ਲਓ ਕੋਈ ਡਾਟਾ ਪਿਆ ਹੈ, ਮੈਂ ਉੱਥੋਂ ਡਾਟਾ ਯੂਜ਼ ਕਰਨਾ, ਮੈਂ ਡਾਇਰੈਕਟ ਨਹੀਂ ਕਰ ਸਕਦਾ, ਮੈਂ ਆਪਣੀ ਕੁਐਰੀ ਲਗਾਉਣਾ, ਉੱਥੇ ਕੁਐਰੀ ਲਗਾ ਕੇ ਮੈਂ ਡਾਟਾ ਕੀ ਕਰ ਸਕਦਾ? ਵਰਤ ਸਕਦਾ ਉਹਨੂੰ, ਠੀਕ ਹੈ, ਉਹਨੂੰ ਚੇਂਜ ਕਰ ਸਕਦਾ, ਉਹਨੂੰ ਡਿਲੀਟ ਕਰ ਸਕਦਾ। ਤਾਂ SQL ਸਟੈਂਡਸ ਫॉर ਸਟਰਕਚਰਡ ਕੁਐਰੀਜ਼ ਲੈਂਗੁਏਜ। ਸਟਰਕਚਰਡ ਕੁਐਰੀ ਲੈਂਗੁਏਜ ਯਾਦ ਰੱਖਣਾ ਰਾਜੇ, ਉੱਥੇ ਇਕੱਲਾ ਸਟਰਕਚਰ ਲਿਖਿਆ ਹੁੰਦਾ ਲੇਕਿਨ ਸਟਰਕਚਰਡ ਹੈ, ED ਦੇ ਨਾਲ ਯਾਦ ਰੱਖਣਾ। ਇਸ ਤੋਂ ਬਾਅਦ ਇਹ ਵਰਤਿਆ ਕਿਹਦੇ ਵਿੱਚ ਜਾਂਦਾ ਰਾਜੇ? ਕਹਿੰਦਾ SQL ਇਜ਼ ਏ ਪ੍ਰੋਗਰਾਮਿੰਗ ਲੈਂਗੁਏਜ ਫॉर ਰਿਲੇਸ਼ਨਲ ਡਾਟਾਬੇਸ। ਇਹ ਹੁੰਦਾ RDBMS, ਠੀਕ ਹੈ। RDBMS ਹੁੰਦਾ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ, ਜਿਹਦੇ ਵਿੱਚ ਆਪਾਂ ਟੇਬਲ ਯੂਜ਼ ਕਰਦੇ ਹਾਂ। ਰਾਈਟ ਹੈ ਜੀ। ਇਸ ਤੋਂ ਬਾਅਦ ਇਹ ਆਪਾਂ ਨੂੰ ਕੀ ਕਰਦਾ? ਕਹਿੰਦਾ ਇਹ ਆਪਾਂ ਨੂੰ ਸੈਸ ਕਰਨ ਵਾਸਤੇ, ਮੈਨੂਪਲੇਟ ਕਰਨ ਵਾਸਤੇ ਡਾਟਾਬੇਸ ਦੇ ਵਿੱਚ ਹੈਲਪ ਕਰਦਾ ਹੈ। ਇਸ ਤੋਂ ਇਲਾਵਾ ਆਪਾਂ ਕੋਈ ਵੀ ਕੁਐਰੀ ਲਗਾ ਸਕਦੇ ਹਾਂ ਡਾਟਾਬੇਸ ਦੇ ਵਿੱਚ। ਮੰਨ ਲਓ ਇੱਕ ਟੇਬਲ ਪਿਆ ਸੀਗਾ, ਉਹਦੇ ਵਿੱਚ ਮੇਰੇ 10 ਸਟੂਡੈਂਟ ਪਏ ਸੀ, ਮੈਂ ਮੰਨ ਲਓ ਉਹਦੇ ਵਿੱਚੋਂ ਮਨਪ੍ਰੀਤ ਕੱਢਣਾ ਹੈ, ਤਾਂ ਮੈਂ ਮਨਪ੍ਰੀਤ ਦਾ ਨਾਮ ਦਾ ਬੱਚਾ ਦਾ ਡਿਟੇਲ ਕੱਢਣੀ ਆ, ਤਾਂ ਮੈਂ ਉਹ ਵੀ ਕੱਢ ਸਕਦਾ ਕੁਐਰੀ ਲਗਾ ਕੇ। ਕੋਈ ਵੀ ਡਾਟਾ ਰੀਟਰੀਵ ਕਰ ਸਕਦਾ, ਨਵਾਂ ਰਿਕਾਰਡ ਇਨਸਰਟ ਵੀ ਕਰ ਸਕਦਾ, ਅਪਡੇਟ ਵੀ ਕਰ ਸਕਦਾ ਤੇ ਡਿਲੀਟ ਵੀ ਕਰ ਸਕਦਾ ਫਰੋਮ ਦਾ ਡਾਟਾਬੇਸ। ਓਕੇ ਜੀ। ਇਹ ਤੁਹਾਨੂੰ ਸਾਰਾ ਕੁਝ ਕੀ ਕਰੂਗਾ? ਪ੍ਰੋਵਾਈਡ ਕਰੂਗਾ ਫੈਸਿਲਿਟੀ ਇਹ ਸਭ ਕੁਝ ਕਰਨ ਦੀ। ਕੌਣ? SQL ਸੌਫਟਵੇਅਰ। ਇਸ ਤੋਂ ਇਲਾਵਾ ਕਹਿੰਦਾ ਜਿਹੜਾ SQL ਹੈ ਆਪਾਂ ਨੂੰ ਹੋਰ ਕੀ ਫੈਸਿਲਿਟੀ ਪ੍ਰੋਵਾਈਡ ਕਰਦਾ ਰਾਜੇ? ਕੋਈ ਨਿਊ ਡਾਟਾਬੇਸ ਕ੍ਰੀਏਟ ਕਰਨਾ, ਤੁਸੀਂ ਕੋਈ ਨਵਾਂ ਟੇਬਲ ਕ੍ਰੀਏਟ ਕਰਨਾ ਹੈ, ਕੋਈ ਸਟੋਰ ਪ੍ਰੋਸੀਜਰ ਹੁੰਦਾ, ਮਤਲਬ ਕੋਈ ਲੌਜਿਕ ਲਗਾ ਕੇ ਰੱਖਣਾ ਹੈ, ਕੋਈ ਆਪਾਂ ਵਿਊ ਦੇਖਣਾ ਡਾਟਾਬੇਸ ਦੇ ਵਿੱਚ, ਜਾਂ ਕੋਈ ਪਰਮਿਸ਼ਨ ਦੇਣੀ ਹੈ ਟੇਬਲ ਦੇ ਉੱਪਰ ਵੀ ਕੌਣ ਇਹਨੂੰ ਦੇਖ ਸਕਦਾ ਕੌਣ ਨਹੀਂ ਦੇਖ ਸਕਦਾ, ਜਾਂ ਕੋਈ ਵਿਊ ਦੇਣਾ ਹੈ, ਇਹ ਸਾਰਾ ਕੁਝ ਕੌਣ ਕਰੂਗਾ? SQL ਕਰੂਗਾ। ਇਸ ਤੋਂ ਇਲਾਵਾ ਰਾਜੇ ਇਹ ਦੋ ਲੈਂਗੁਏਜ ਯੂਜ਼ ਕਰਦਾ SQL, ਕਿਹੜੀ? DD ਡਾਟਾ ਡੈਫੀਨੇਸ਼ਨ ਲੈਂਗੁਏਜ ਐਂਡ ਡਾਟਾ ਮੈਨੂਪੂਲੇਸ਼ਨ ਲੈਂਗੁਏਜ ਯੂਜ਼ ਕਰਦਾ ਹੈ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਦੋ ਹੀ ਲੈਂਗੁਏਜ ਦੇ ਉੱਪਰ ਕੰਮ ਕਰਦਾ। ਕਿਵੇਂ ਕਰਦਾ ਉਹ ਤੁਹਾਨੂੰ ਮੈਂ ਨੈਕਸਟ ਸਲਾਈਡ ਦੇ ਵਿੱਚ ਦੱਸਦਾ। ਅੱਛਾ ਹੁਣ ਕੀ ਕਹਿੰਦਾ? ਵੀ ਕਹਿੰਦਾ ਯੂਜ਼ਿੰਗ ਦਾ ਡਾਟਾ ਡੈਫੀਨੇਸ਼ਨ ਪ੍ਰੋਪਰਟੀਜ਼ ਆਫ SQL one can design and modify database schema। database schema ਹੁੰਦਾ structure, whereas data manipulation properties allow SQL to store and retrieve data from the database। ਮਤਲਬ ਕਿ ਦੋਨੇ ਲੈਂਗੁਏਜ ਦੀ ਵਰਤੋਂ ਕਰਕੇ ਕੀ ਕਰ ਸਕਦਾ ਇਹ? ਡਾਟਾਬੇਸ ਸਕੀਮਾ ਨੂੰ ਮੋਡੀਫਾਈ ਵੀ ਕਰ ਸਕਦਾ ਤੇ ਉਹਦੇ ਉੱਪਰ ਮੈਨੂਪੂਲੇਸ਼ਨ ਵੀ ਕਰ ਸਕਦਾ ਹੈ। ਹੁਣ ਡਾਟਾ ਡੈਫੀਨੇਸ਼ਨ ਲੈਂਗੁਏਜ ਕਿਵੇਂ ਯੂਜ਼ ਕਰਦਾ ਇਹ?
ਜਿਵੇਂ ਮੰਨ ਲਓ ਕੋਈ ਕ੍ਰੀਏਟ ਕਰਨਾ ਡਾਟਾਬੇਸ ਕ੍ਰੀਏਟ ਕਰ ਸਕਦਾ ਹੈ, ਕੋਈ ਆਬਜੈਕਟ ਡਿਲੀਟ ਕਰਨਾ ਡ੍ਰੌਪ ਵੀ ਕਰ ਸਕਦਾ, ਉਹਦੀ ਸਟਰਕਚਰ ਨੂੰ ਕੀ ਕਰ ਸਕਦਾ, ਉਹਦੀ ਸਕੀਮਾ ਨੂੰ ਕੀ ਕਰ ਸਕਦਾ, ਆਲਟਰ ਵੀ ਕਰ ਸਕਦਾ ਹੈ। ਨੈਕਸਟ ਇਹ ਡਾਟਾ ਮੈਨੂਪੂਲੇਸ਼ਨ ਲੈਂਗੁਏਜ ਯੂਜ਼ ਕਰਕੇ ਕੀ ਕਰੂਗਾ ਰਾਜੇ, ਇੱਕ ਆਪਣਾ ਜਿਵੇਂ ਮੰਨ ਲਓ ਕੋਈ ਆਪਾਂ ਕੋਈ ਪਾਰਟੀਕੂਲਰ ਡਾਟਾ ਰੀਟਰੀਵ ਕਰਨਾ ਹੈ, ਹੁਣ ਸਿਲੈਕਟ ਮੰਨ ਲਓ ਕਿ ਸਿਲੈਕਟ ਮਨਪ੍ਰੀਤ ਫਰੋਮ ਸਟੂਡੈਂਟ ਟੇਬਲ ਵੇਅਰ, ਜੋ ਵੀ ਉਹਦੀ ਆਪਾਂ ਕੰਡੀਸ਼ਨ ਦੇਣੀ ਹੈ, ਕ੍ਰਾਈਟੇਰੀਆ ਦੇਣਾ, ਤਾਂ ਇਹ ਸਾਰੀਆਂ ਕਮਾਂਡ ਇਹ ਵਰਤੋਂ ਕਰਕੇ ਕੀ ਕਰ ਸਕਦਾ, ਕਿਹਦੀ ਵਰਤੋਂ ਕਰੂਗਾ, ਡਾਟਾ ਮੈਨੂਪੂਲੇਸ਼ਨ ਲੈਂਗੁਏਜ ਦੀ ਵਰਤੋਂ ਕਰਕੇ ਡਾਟਾ ਨੂੰ ਕੀ ਕਰ ਸਕਦਾ, ਇਨਸਰਟ, ਅਪਡੇਟ, ਡਿਲੀਟ, ਠੀਕ ਹੈ, ਰੀਟਰੀਵ, ਸਭ ਕੁਝ ਮੋਡੀਫਿਕੇਸ਼ਨ ਇਹਦੇ ਵਿੱਚ ਕਰ ਸਕਦਾ ਡਾਟਾਬੇਸ ਦੇ ਵਿੱਚ। ਤਾਂ ਠੀਕ ਹੈ, ਬਸ ਤੁਸੀਂ ਯਾਦ ਕੀ ਰੱਖਣਾ, ਇਹਦੀ ਫੁੱਲ ਫਾਰਮ, ਕਿਹੜੀ ਕਿਹੜੀ ਫੈਸਿਲਿਟੀ ਪ੍ਰੋਵਾਈਡ ਕਰਦਾ ਤੇ ਕਿਹੜੀ ਕਿਹੜੀ ਲੈਂਗੁਏਜ ਇਹਦੇ ਵਿੱਚ ਵਰਤੀ ਜਾਂਦੀ ਹੈ। ਬਸ ਇਹ ਵੈਸੇ ਆਊਗਾ ਨਹੀਂ, ਲੇਕਿਨ ਫਿਰ ਵੀ ਮੈਂ ਕਰਵਾਤਾ, ਠੀਕ ਹੈ, ਤਾਂ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਨੈਕਸਟ ਆ ਗਿਆ ਭਾਈ ਤੁਹਾਡਾ ਟਾਈਪਸ ਆਫ ਕੀਜ਼ ਇਨ ਦਾ ਡਾਟਾਬੇਸ ਮੈਨੇਜਮੈਂਟ ਸਿਸਟਮ। ਮੋਸਟ ਇੰਪੋਰਟੈਂਟ ਟੌਪਿਕ ਹੈ ਅੱਜ ਦੀ ਵੀਡੀਓ ਦਾ। ਇੱਥੋਂ ਹੀ ਕੁਐਸਚਨ ਨਿਕਲ ਕੇ ਆ ਸਕਦਾ ਜੇ ਐਗਜ਼ਾਮੀਨਰ ਕੋਈ ਚੱਜ ਦਾ ਹੋਇਆ, ਠੀਕ ਹੈ। ਤੇ ਜੇ ਬਲਕਾਰ ਸਿੱਧੂ ਵਰਗੇ ਨੂੰ ਕਹਤਾ ਪੇਪਰ ਪਾ ਦੇ, ਫਿਰ ਉਹਨੇ ਤਾਂ ਮਾਝੇ ਦੀ ਮੋਮਬੱਤੀ ਹੈ ਨਾ, ਇਹ ਜਿਹੇ ਗਾਣੇ ਹੀ ਪਾ ਦੇਣੇ ਤੁਹਾਨੂੰ। ਚਲੋ ਇਹ ਤਾਂ ਹਾਸਾ ਮਜ਼ਾਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਬਈ ਕੀ ਹੁੰਦੀ ਹੈ ਡਾਟਾਬੇਸ ਦੇ ਵਿੱਚ, ਕੀ ਕਾਹਦੇ ਵਾਸਤੇ ਵਰਤੀ ਜਾਂਦੀ ਹੈ। ਤਾਂ ਕੀ ਹੁੰਦੀ ਹੈ, ਤੁਹਾਡੇ ਦੇਖੋ ਘਰਾਂ ਦੇ ਵਿੱਚ ਤਾਲੇ ਹੁੰਦੇ ਆ, ਕੀ ਆਪਾਂ ਲਗਾਉਣੇ ਆ ਕੋਈ ਚੀਜ਼ ਨੂੰ ਅਸੈਸ ਕਰਨ ਵਾਸਤੇ। ਜਦੋਂ ਆਪਾਂ ਕੀ ਤਾਲੇ ਦੇ ਵਿੱਚ ਲਗਾਤੀ, ਤਾਲਾ ਕੀ ਕਰ ਜਾਂਦਾ, ਓਪਨ ਹੋ ਜਾਂਦਾ ਹੈ। ਉਵੇਂ ਡਾਟਾਬੇਸ ਦੇ ਵਿੱਚ ਹਰ ਇੱਕ ਕੀ ਕਰਦੀ ਹੈ ਰਾਜੇ, ਇੱਕ ਡਿਫਰੈਂਟ ਰੋਲ ਪਲੇ ਕਰਦੀ ਹੈ ਡਾਟਾ ਨੂੰ ਅਸੈਸ ਕਰਨ ਵਾਸਤੇ, ਉਹਦੇ ਉੱਪਰ ਮੰਨ ਲਓ ਕਿ ਆਪਾਂ ਕੋਈ ਕੰਡੀਸ਼ਨ ਲਗਾਉਣ ਵਾਸਤੇ। ਹੁਣ ਕਹਿੰਦਾ ਵੀ ਕੀ ਇਜ਼ ਐਨ ਐਟਰੀਬਿਊਟ ਔਰ ਸੈਟ ਆਫ ਐਟਰੀਬਿਊਟਸ। ਐਟਰੀਬਿਊਟਸ ਮੈਂ ਪਿਛਲੀ ਵਾਰ ਦੱਸਿਆ ਸੀ, ਮੰਨ ਲਓ ਮੈਂ ਸਟੂਡੈਂਟ ਹਾਂ, ਮੇਰੇ ਐਟਰੀਬਿਊਟਸ ਕੀ ਹੋਣਗੇ, ਸਟੂਡੈਂਟ ਆਈਡੀ, ਸਟੂਡੈਂਟ ਨੇਮ, ਸਟੂਡੈਂਟ ਐਡਰੈਸ, ਸਟੂਡੈਂਟ ਫੋਨ ਨੰਬਰ, ਦੈਟ ਇਜ਼ ਦਾ ਐਟਰੀਬਿਊਟਸ ਆਫ ਸਟੂਡੈਂਟ ਐਂਟਿਟੀ। ਕਹਿੰਦਾ ਕੀ ਇਜ਼ ਏ ਐਟਰੀਬਿਊਟ ਔਰ ਸੈਟ ਆਫ ਐਟਰੀਬਿਊਟਸ ਇਨ ਦਾ ਰਿਲੇਸ਼ਨ ਦੈਟ ਆਇਡੈਂਟੀਫਾਈ ਏ ਟਪਲ ਇਨ ਏ ਰਿਲੇਸ਼ਨ। ਟਪਲ ਹੁੰਦਾ ਹੈ ਕੋਈ ਰੋ, ਕੋਈ ਰਿਕਾਰਡ, ਠੀਕ ਹੈ। ਹੁਣ ਮੰਨ ਲਓ ਸਟੂਡੈਂਟ ਦੀ ਆਈਡੀ ਆ, ਸਟੂਡੈਂਟ ਨੂੰ ਆਇਡੈਂਟੀਫਾਈ ਕਰੂਗੀ ਨਾ ਵੀ ਮੰਨ ਲਓ ਬਲਜਿੰਦਰ ਸਿੰਘ ਦਾ ਰੋਲ ਨੰਬਰ ਕਿੰਨਾ ਹੈ 101, ਵੀਰਪਾਲ ਦਾ ਰੋਲ ਨੰਬਰ ਕਿੰਨਾ ਹੈ 203, ਜਾਂ ਕੁਝ ਵੀ ਹੈ ਨਾ, ਕੋਈ ਹੋਰ ਨਾਮ ਲੈ ਲਓ, ਮਨਪ੍ਰੀਤ ਕੁਝ ਹੋਰ ਨਾਮ ਲੈ ਲਓ। ਤਾਂ ਹਰ ਇੱਕ ਰਿਕਾਰਡ ਨੂੰ, ਵੱਖਰੇ ਟਪਲ ਨੂੰ ਆਇਡੈਂਟੀਫਾਈ ਕਰਨ ਵਾਸਤੇ ਕੀ ਵਰਤੀ ਜਾਂਦੀ ਹੈ, ਕੀ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਕਹਿੰਦਾ ਜਿਹੜੀ ਕੀ ਆ, ਕਹਿੰਦਾ ਆਰ ਡਿਫਾਈਨ ਇਨ ਦਾ ਟੇਬਲ ਟੂ ਅਸੈਸ ਔਰ ਸੀਕੁਐਂਸ ਦਾ ਸਟੋਰ ਡਾਟਾ ਕੁਇਕਲੀ ਐਂਡ ਸਮੂਥਲੀ। ਤਾਂ ਡਾਟਾ ਨੂੰ ਬਹੁਤ ਐਫੀਸ਼ੀਐਂਟ ਮੈਨਰ ਦੇ ਨਾਲ ਯੂਜ਼ ਕਰਨ ਵਾਸਤੇ ਰਾਜੇ, ਜਲਦੀ ਯੂਜ਼ ਕਰਨ ਵਾਸਤੇ ਕੀ ਵਰਤੀ ਜਾਂਦੀਆਂ, ਕੀਜ਼ ਵਰਤੀਆਂ ਜਾਂਦੀਆਂ। ਕਹਿੰਦਾ ਦੇ ਆਰ ਆਲਸੋ ਯੂਜ਼ ਟੂ ਕ੍ਰੀਏਟ ਰਿਲੇਸ਼ਨਸ਼ਿਪ ਬਿਟਵੀਨ ਦਾ ਡਿਫਰੈਂਟ ਟੇਬਲ। ਦੋ ਟੇਬਲ ਦੇ ਵਿਚਕਾਰ ਰਿਲੇਸ਼ਨ ਕ੍ਰੀਏਟ ਕਰਨ ਵਾਸਤੇ ਵੀ ਵਰਤੀਆਂ ਜਾਂਦੀਆਂ ਤੁਹਾਡੀਆਂ ਭਾਈ ਕੀਜ਼। ਤਾਂ ਆਪਾਂ ਹੁਣ ਪੜਾਂਗੇ ਰਾਜੇ ਕੱਲੀ ਕੀਜ਼ ਪੜਾਂਗੇ। ਵੈਸੇ ਤਾਂ ਕੀਜ਼ ਕਾਫੀ ਨੇ, ਇਹਦੇ ਵਿੱਚੋਂ ਜਿਹੜੀਆਂ ਇੰਪੋਰਟੈਂਟ ਹੈਗੀਆਂ ਰਾਜੇ 3-4 ਹੀ ਨੇ ਜਿਹੜੀਆਂ ਐਗਜ਼ਾਮੀਨਰ ਪੁੱਛਦਾ ਹੈ। ਹੁਣ ਪ੍ਰਾਇਮਰੀ ਕੀ ਹੋ ਗਈ, ਸਭ ਤੋਂ ਇੰਪੋਰਟੈਂਟ ਹੈ। ਕੈਂਡੀਡੇਟ ਕੀ ਵੀ ਇੰਪੋਰਟੈਂਟ ਹੈ। ਆਲਟਰਨੇਟ ਕੀ, ਸੁਪਰ ਕੀ, ਕੰਪੋਜ਼ਿਟ ਕੀ, ਫੋਰਨ ਕੀ ਤੇ ਯੂਨੀਕ ਕੀ। ਕੱਲੀ ਕੀ ਪੜ੍ਹਦੇ ਆ ਭਾਈ, ਇਹਦਾ ਕੱਲੇ ਦਾ ਕੰਮ ਕੀ ਹੈ। ਸਭ ਤੋਂ ਮੋਸਟ ਇੰਪੋਰਟੈਂਟ ਕੀ ਹੈਗੀ ਹੈ ਭਾਈ ਤੁਹਾਡੀ ਪ੍ਰਾਇਮਰੀ ਕੀ। ਪ੍ਰਾਇਮਰੀ ਕੀ ਕਰਦੀ ਆ ਰਾਜੇ, ਪ੍ਰਾਇਮਰੀ ਕੀ ਆਇਡੈਂਟੀਫਾਈ ਕਰਦੀ ਆ ਵੀ ਜਿਵੇਂ ਮੰਨ ਲਓ ਹੁਣ ਦੋ ਬੰਦੇ ਆ, ਇੱਕ ਟੇਬਲ ਆ ਮੇਰੇ ਕੋਲ ਸਟੂਡੈਂਟ ਦਾ, ਸਟੂਡੈਂਟ ਦੇ ਨਾਮ ਸੇਮ ਹੋ ਸਕਦੇ ਆ। ਮੰਨ ਲਓ ਦੇਖੋ ਹੁਣ ਮਨਪ੍ਰੀਤ ਹੈ, ਮਨਪ੍ਰੀਤ ਇੱਕ ਮੁੰਡੇ ਦਾ ਨਾਮ ਵੀ ਹੋ ਸਕਦਾ, ਇੱਕ ਕੁੜੀ ਦਾ ਨਾਮ ਵੀ ਹੋ ਸਕਦਾ, ਜਾਂ ਦੋ ਮਨਪ੍ਰੀਤ ਸਿੰਘ ਹੀ ਹੋਣ। ਮੰਨ ਲਓ ਇੱਕ ਮੇਰੀ ਕਲਾਸ ਹੈ, ਮੰਨ ਲਓ ਮੈਂ ਕਲਾਸ ਨੂੰ ਪੜ੍ਹਾ ਰਿਹਾ, ਉਹਦੇ ਵਿੱਚ ਦੋ ਮਨਪ੍ਰੀਤ ਹੈ, ਮਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਮਤਲਬ 3 ਜਾਂ 4, ਕਿਉਂਕਿ ਕਾਮਨ ਨੇਮ ਹੈ। ਮਨਪ੍ਰੀਤ ਹੋ ਗਿਆ, ਹਰਪ੍ਰੀਤ ਹੋ ਗਿਆ, ਪੰਜਾਬ ਦੇ ਵਿੱਚ ਕਾਮਨ ਨੇਮ ਨੇ। ਤਾਂ ਉੱਥੇ ਆਇਡੈਂਟੀਫਾਈ ਕਰਨਾ। ਹੁਣ ਮੰਨ ਲਓ ਆਇਡੈਂਟੀਫਾਈ ਕਿੱਥੋਂ ਹੋਣਗੇ, ਤਾਂ ਕਲਾਸ ਦੇ ਵਿੱਚ ਹਰ ਇੱਕ ਬੱਚੇ ਨੂੰ ਕੀ ਮਿਲਿਆ ਹੁੰਦਾ, ਰੋਲ ਨੰਬਰ ਮਿਲਿਆ ਹੁੰਦਾ। ਮੰਨ ਲਓ ਦੋ ਬੱਚਿਆਂ ਦੇ ਨਾਮ ਸੇਮ ਹੈ, ਹੋ ਸਕਦਾ ਉਹਨਾਂ ਦੇ ਫਾਦਰ ਨੇਮ ਜੇ ਸੇਮ ਹੋ ਜਾਣ ਕਿਤੇ ਗਲਤੀ ਦੇ ਨਾਲ, ਤਾਂ ਆਪਾਂ ਆਇਡੈਂਟੀਫਾਈ ਕਿਵੇਂ ਕਰਾਂਗੇ, ਤਾਂ ਆਪਾਂ ਆਇਡੈਂਟੀਫਾਈ ਕਰਾਂਗੇ ਉਹਨਾਂ ਦੇ ਰੋਲ ਨੰਬਰ ਤੋਂ, ਕਿਉਂਕਿ ਕਦੇ ਵੀ ਦੋ ਬੱਚਿਆਂ ਦੇ ਰੋਲ ਨੰਬਰ ਸੇਮ ਨਹੀਂ ਹੋਣਗੇ। ਤਾਂ ਰੋਲ ਨੰਬਰ ਤੋਂ ਆਇਡੈਂਟੀਫਾਈ ਕਰਾਂਗੇ। ਤਾਂ ਰੋਲ ਨੰਬਰ ਕੀ ਹੋ ਗਿਆ ਤੁਹਾਡਾ, ਪ੍ਰਾਇਮਰੀ ਕੀ ਹੋ ਗਿਆ। ਕਿ ਜਿਹੜੇ ਵੀ ਪ੍ਰਾਇਮਰੀ ਕੀ ਉਹ ਕੀ ਹੁੰਦੀ ਹੈ ਜਿਹੜੀ ਕਦੇ ਵੀ ਸੇਮ ਨਹੀਂ ਹੋ ਸਕਦੀ, ਹਮੇਸ਼ਾ ਯੂਨੀਕ ਹੋਊਗੀ। ਹੁਣ ਇੱਕ ਇੰਪਲਾਈ ਆ, ਮੰਨ ਲਓ ਤੁਸੀਂ ਵੀ ਪਟਵਾਰੀ ਲੱਗ ਗਏ, ਇੱਕ ਮਨਪ੍ਰੀਤ ਸਿੰਘ ਪਟਵਾਰੀ ਲੱਗ ਗਿਆ, ਦੂਸਰਾ ਮਨਪ੍ਰੀਤ ਸਿੰਘ ਵੀ ਪਟਵਾਰੀ ਲੱਗ ਗਿਆ। ਤਾਂ ਪਟਵਾਰੀ ਤਾਂ ਸੇਮ ਹੋ ਗਏ, ਪੋਸਟ ਸੇਮ ਹੋ ਗਈ, ਨਾਮ ਸੇਮ ਹੋ ਗਈ, ਪਰ ਉਹਨਾਂ ਦਾ ਜਿਹੜਾ ਸਰਵਿਸ ਨੰਬਰ ਹੋਊਗਾ ਉਹ ਕਦੇ ਵੀ ਸੇਮ ਨਹੀਂ ਹੋਊਗਾ, ਆਇਡੈਂਟੀਟੀ ਨੰਬਰ ਹੋਊਗਾ ਕਦੇ ਵੀ ਸੇਮ ਨਹੀਂ ਹੋਊਗਾ। ਤਾਂ ਰਾਈਟ ਹੈ ਉਹ ਚੀਜ਼, ਉਹ ਕੀ ਜਿਹੜੀ ਕਿ ਦੋ ਰਿਕਾਰਡ ਨੂੰ ਵੱਖਰਾ ਕਰਦੀ ਹੈ ਯੂਨੀਕਲੀ, ਠੀਕ ਹੈ, ਆਇਡੈਂਟੀਫਾਈ ਕਰਨ ਵਿੱਚ ਮਦਦ ਕਰਦੀ ਹੈ, ਉਹਨੂੰ ਕਹਿ ਦਿੰਦੇ ਆ ਰਾਜੇ ਪ੍ਰਾਇਮਰੀ ਕੀ।
ਕਹਿੰਦਾ ਵਿਚ ਇਜ਼ ਅ ਯੂਨੀਕ ਐਂਡ ਕੈਨ ਨਾਟ ਬੀ ਹੈਵ ਅ ਨਲ ਵੈਲਿਊ। ਤਾਂ ਇੱਕ ਹੋਰ ਗੱਲ, ਇਹਦੀ ਵੈਲਿਊ ਕਦੇ ਵੀ ਜ਼ੀਰੋ ਨਹੀਂ ਹੋ ਸਕਦੀ, ਕੁਛ ਨਾ ਕੁਛ ਵੈਲਿਊ ਜ਼ਰੂਰ ਹੋਊਗੀ ਇਹਦੀ। ਤਾਂ ਹੁਣ ਆਪਾਂ ਟੇਬਲ ਦੇਖ ਲੈਂਦੇ, ਇੱਕ EMPLOYE ਟੇਬਲ ਪਿਆ ਆਪਣੇ ਕੋਲੇ। EMPLOYE ID ਹੋ ਗਿਆ, ਨੇਮ ਹੋ ਗਿਆ, ਸਰਵਿਸ ਨੰਬਰ ਹੋ ਗਿਆ ਉਹਦਾ, ਡਿਪਾਰਟਮੈਂਟ ID ਹੋ ਗਈ, ਡੇਟ ਆਫ ਬਰਥ ਹੋ ਗਿਆ। ਤਾਂ ਇਹਦੇ ਵਿੱਚ ਰਾਜੇ ਆਪਾਂ EMPLOYE ID ਹੋ ਗਿਆ, SSN ਨੰਬਰ ਹੋ ਗਿਆ, ਦੋਨੇ ਕੀ ਲੈ ਸਕਦੇ ਹਾਂ, ਪ੍ਰਾਇਮਰੀ ਕੀ ਲੈ ਸਕਦੇ ਹਾਂ। ਇਸ ਤੋਂ ਬਾਅਦ ਕਹਿੰਦਾ ਇਜ਼ ਦਾ ਕਾਲਮ ਯੂ ਚੂਜ਼ ਟੂ ਮੇਨਟੇਨ ਯੂਨੀਕਨੈਸ ਇਨ ਅ ਟੇਬਲ ਐਟ ਏ ਰੋ ਲੈਵਲ। ਤਾਂ ਆਪਾਂ ਕੋਈ ਯੂਨੀਕਨੈਸ ਮਤਲਬ ਦੇਣੀ ਆ ਟੇਬਲ ਨੂੰ, ਉਹਦੇ ਵਾਸਤੇ ਵੀ ਵਰਤਦੇ ਹਾਂ ਕਿਹਨੂੰ, ਪ੍ਰਾਇਮਰੀ ਕੀ ਨੂੰ। ਤਾਂ ਜਿਹੜਾ ਟੇਬਲ ਆਪਾਂ ਲੈ ਰਹੇ ਹਾਂ ਉਹਦੇ ਵਿੱਚ EMPLOYE ID ਤੇ SSN ਨੰਬਰ ਕੀ ਬਣ ਸਕਦੇ ਆ, ਪ੍ਰਾਇਮਰੀ ਕੀ ਬਣ ਸਕਦੇ ਆ। ਰਾਈਟ ਹੈ ਜੀ। ਤਾਂ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਰਾਜੇ ਪ੍ਰਾਇਮਰੀ ਕੀ ਹੁੰਦੀ ਕੀ ਹੈ। ਇਸ ਤੋਂ ਇਲਾਵਾ ਇਹਦੇ ਬਾਰੇ ਮੈਂ ਜ਼ਿਆਦਾ ਤਾਂ ਡਿਟੇਲ 'ਚ ਲਿਖਿਆ ਕਿਉਂਕਿ ਸਭ ਤੋਂ ਜ਼ਿਆਦਾ ਇਹ ਤੋਂ ਪੁੱਛਿਆ ਜਾਂਦਾ ਰਾਜੇ। ਕਹਿੰਦਾ ਇਟ ਇਜ਼ ਅ ਕੈਂਡੀਡੇਟ ਕੀ ਦੈਟ ਇਜ਼ ਚੂਜ਼ਨ ਬਾਏ ਦਾ ਡਾਟਾਬੇਸ ਡਿਜ਼ਾਈਨਰ ਟੂ ਆਇਡੈਂਟੀਫਾਈ ਐਂਟੀਟੀਜ਼ ਵਿਦਿਨ ਦਾ ਐਂਟੀਟੀ ਸੈੱਟ। ਤੁਹਾਨੂੰ ਮੈਂ ਦੱਸਿਆ ਵੀ ਜਿੰਨੀਆਂ ਵੀ ਐਂਟੀਟੀ ਆਪਾਂ ਉਹਦੇ ਵਿੱਚ ਲੈ ਕੇ ਆਵਾਂਗੇ, ਰਿਕਾਰਡ ਲੈ ਕੇ ਆਵਾਂਗੇ, ਉਹਨੂੰ ਆਇਡੈਂਟੀਫਾਈ ਕਰੂਗਾ। ਰਾਈਟ ਹੈ। ਇਸ ਤੋਂ ਇਲਾਵਾ ਰਾਜੇ ਸਾਰਾ ਕੁਝ ਪੜ੍ਹ ਲਿਓ ਤੁਸੀਂ, ਤੁਹਾਡੀ ਡਿਟੇਲ ਵਾਸਤੇ ਮੈਂ ਲਿਖਿਆ ਹੋਇਆ ਕਿਉਂਕਿ ਇਹ ਥਿਓਰੈਟੀਕਲ ਹੈ, ਤੁਹਾਨੂੰ ਸਮਝ ਆ ਗਈ, ਬਸ ਪੜ੍ਹ ਲਿਓ ਇਹਨੂੰ ਇੱਕ ਵਾਰੀ। ਇਸ ਤੋਂ ਬਾਅਦ ਇਹ ਦੋ ਕੰਡੀਸ਼ਨ ਹੈਗੀਆਂ ਇਹਦੇ ਵਾਸਤੇ ਵੀ, ਕਿਹੜੀ ਕਿਹੜੀ ਕੰਡੀਸ਼ਨ, ਕ੍ਰਾਈਟੇਰੀਆ ਕੀ ਆ ਪ੍ਰਾਇਮਰੀ ਕੀ ਬਣਾਉਣ ਦਾ। ਠੀਕ ਹੈ। ਤਾਂ ਜਿਵੇਂ ਮੰਨ ਲਓ ਲਿਖਿਆ ਹੋਇਆ ਕਹਿੰਦਾ ਨੋ ਟੂ ਰੋ ਕੈਨ ਹੈਵ ਦਾ ਸੇਮ ਪ੍ਰਾਇਮਰੀ ਕੀ। ਤਾਂ ਕਦੇ ਵੀ ਇੱਕ ਟੇਬਲ ਦੇ ਵਿੱਚ ਦੋ ਪ੍ਰਾਇਮਰੀ ਕੀ ਨਹੀਂ ਹੋ ਸਕਦੀਆਂ, ਸਿੰਗਲ ਪ੍ਰਾਇਮਰੀ ਕੀ ਹੋਊਗੀ। ਹਰੇਕ ਮਤਲਬ ਕਿ ਐਵਰੀ ਰੋ ਮਸਟ ਹੈਵ ਏ ਪ੍ਰਾਇਮਰੀ ਕੀ ਵੈਲਿਊ। ਤਾਂ ਉਹਦੇ ਵਿੱਚ ਇੱਕ ਵੈਲਿਊ ਜ਼ਰੂਰ ਹੋਊਗੀ, ਆਪਾਂ ਨੂੰ ਨਲ ਨਹੀਂ ਛੱਡ ਸਕਦੇ, ਬਲੈਂਕ ਨਹੀਂ ਛੱਡ ਸਕਦੇ। ਤਾਂ ਰਾਈਟ ਹੈ ਰਾਜੇ ਸਾਰੀ ਪ੍ਰਾਇਮਰੀ ਕੀ ਬਾਰੇ ਲਿਖਿਆ ਹੋਇਆ। ਹੁਣ ਨੈਕਸਟ ਗੱਲ ਕਰਦੇ ਹਾਂ, ਜਿਹੜੀ ਨੈਕਸਟ ਕੀ ਆਪਣੇ ਕੋਲੇ ਆ ਗਈ ਰਾਜੇ, ਉਹ ਹੈਗੀ ਆ ਕੈਂਡੀਡੇਟ ਕੀ। ਹੁਣ ਤੁਸੀਂ ਸਾਰਿਆਂ ਨੇ ਪੇਪਰ ਭਰਤਾ ਪਟਵਾਰੀ ਦਾ, ਤੁਸੀਂ ਸਾਰੇ ਕੀ ਆ, ਐਲੀਜੀਬਲ ਕੈਂਡੀਡੇਟ ਹੋ। ਪਰ ਹੁਣ ਉਹਦੇ ਵਿੱਚੋਂ ਕੀ ਆ, ਸਾਰੇ ਥੋੜੀ ਸਿਲੈਕਟ ਹੋਣਗੇ, ਜਿੰਨੀਆਂ ਪੋਸਟਾਂ ਉਨੇ ਬੰਦੇ ਸਿਲੈਕਟ ਹੋਣਗੇ ਨਾ। ਤਾਂ ਕੈਂਡੀਡੇਟ ਕੀ ਹੋ ਗਏ, ਜਿਹੜੇ ਜਿੰਨੇ ਵੀ ਬੰਦੇ ਐਲੀਜੀਬਲ ਹੈ ਉਹ ਸਾਰੇ ਕੀ ਹੋ ਗਏ, ਤੁਹਾਡੇ ਕੈਂਡੀਡੇਟ ਹੋ ਗਏ। ਤਾਂ ਕੈਂਡੀਡੇਟ ਕੀ ਹੁੰਦੀ ਆ ਵੀ ਟੇਬਲ ਦੇ ਵਿੱਚ ਉਹ ਸਾਰੀਆਂ ਯੂਨੀਕਨੈਸ ਆਇਡੈਂਟੀਟੀਆਂ ਜਿਹੜੀਆਂ ਕੀ ਪ੍ਰਾਇਮਰੀ ਕੀ ਬਣਨ ਦੇ ਯੋਗ ਨੇ। ਹੁਣ ਮੰਨ ਲਓ ਮੇਰਾ ਟੇਬਲ ਆ EMPLOYE, ਇਹਦੇ ਵਿੱਚ ਮੈਂ EMPLOYE ID ਨੂੰ ਵੀ ਪ੍ਰਾਇਮਰੀ ਕੀ ਬਣਾ ਸਕਦਾ, SSN ਨੰਬਰ ਨੂੰ ਬਣਾ ਸਕਦਾ, ਹੋਰ ਕਿਸੇ ਨੂੰ ਨਹੀਂ ਬਣਾ ਸਕਦਾ। ਕਿਉਂਕਿ ਮੰਨ ਲਓ EMPLOYE ਨੇਮ ਸੇਮ ਹੋ ਸਕਦਾ ਕਿਸੇ ਦਾ, ਮੰਨ ਲਓ ਮਨਪ੍ਰੀਤ ਨਾਂ ਦੇ ਦੋ ਬੰਦੇ EMPLOYE ਆ, ਸੇਮ ਹੋ ਗਏ, ਇਹ ਨਹੀਂ ਬਣ ਸਕਦੀ ਪ੍ਰਾਇਮਰੀ ਕੀ। ਡਿਪਾਰਟਮੈਂਟ ਵੀ ਸੇਮ ਹੋ ਸਕਦੇ ਆ, ਡੇਟ ਆਫ ਬਰਥ ਵੀ ਸੇਮ ਹੋ ਸਕਦੀ ਹੈ, ਤਾਂ ਸਿਰਫ ਦੋ ਹੀ ਬਣ ਸਕਦੀ ਹੈ। ਤਾਂ ਮੇਰੇ ਕੋਲ ਕਿੰਨੀਆਂ ਕੈਂਡੀਡੇਟ ਕੀ ਹੋ ਗਈਆਂ ਇਸ ਟੇਬਲ ਦੇ ਵਿੱਚ, ਦੋ ਕੈਂਡੀਡੇਟ ਕੀ ਹੋ ਗਈਆਂ। ਤਾਂ ਕੈਂਡੀਡੇਟ ਕੀ ਉਹ ਹੁੰਦੀਆਂ ਜਿਹੜੀਆਂ ਕਿ ਕੁਆਲੀਫਾਈ ਕਰਦੀਆਂ ਪ੍ਰਾਇਮਰੀ ਕੀ ਬਣਨ ਵਾਸਤੇ। ਹੁਣ ਮੰਨ ਲਓ ਕਿਸ ਟੇਬਲ ਦੇ ਵਿੱਚ 5 ਹੈ, ਕਿਸੇ ਵਿੱਚ 10 ਹੈ, ਕਿਸੇ ਵਿੱਚ 1 ਵੀ ਹੋਊਗੀ। ਤਾਂ ਰਾਈਟ ਹੈ ਕਹਿੰਦਾ ਆਰ ਇੰਡੀਵਿਜੂਅਲ ਕਾਲਮਸ ਇਨ ਅ ਟੇਬਲ ਦੈਟ ਕੁਆਲੀਫਾਈ ਫॉर ਯੂਨੀਕਨੈਸ ਆਫ ਦਾ ਈਚ ਰੋ ਟਪਲ। ਤਾਂ ਜਿਹੜੇ ਕਿ ਆਪਣੀ ਰੋ ਨੂੰ ਆਇਡੈਂਟੀਫਾਈ ਕਰਨ ਵਾਸਤੇ, ਯੂਨੀਕਨੈਸ ਵਾਸਤੇ ਕੁਆਲੀਫਾਈ ਕਰਦੇ ਆ ਰਾਜੇ, ਉਹ ਹੋਗੀ ਤੁਹਾਡੀ ਕੈਂਡੀਡੇਟ ਕੀ। ਇਸ ਟੇਬਲ ਦੇ ਵਿੱਚ ਆਪਣੇ ਕੋਲੇ ਦੋ ਹੀ ਸੀਗੀਆਂ ਜਿਹੜੀਆਂ ਕਿ ਪ੍ਰਾਇਮਰੀ ਕੀ ਬਣ ਸਕਦੀਆਂ ਨੇ, EMPLOYE ID ਤੇ SSN ਨੰਬਰ। ਆਈ ਹੋਪ ਤੁਹਾਨੂੰ ਰਾਜੇ ਇਹ ਵੀ ਸਮਝ ਆ ਗਿਆ ਹੋਊਗਾ ਕੈਂਡੀਡੇਟ ਕੀ ਹੁੰਦੀ ਕੀ ਹੈ। ਅੱਗੇ ਗੱਲ ਕਰਦੇ ਹਾਂ ਆਲਟਰਨੇਟ ਕੀ। ਹੁਣ ਆਲਟਰਨੇਟ ਤਾਂ ਤੁਹਾਨੂੰ ਪਤਾ ਹੀ ਆ ਭਾਈ, ਜਦੋਂ ਇੱਕ ਬੰਦਾ ਮੰਨ ਲਓ ਆਹ ਦੋ ਪਟਵਾਰੀ ਬੈਠੇ ਆ, ਮੰਨ ਲਓ ਇਹਨਾਂ ਦੋਨਾਂ ਕੋਲ ਏਰੀਆ ਹੈ, ਮੰਨ ਲਓ ਇੱਕ ਬੰਦਾ ਛੁੱਟੀ ਤੇ ਹੈ ਤਾਂ ਦੂਜਾ ਤਾਂ ਕੰਮ ਕਰੂਗਾ ਹੀ ਕਰੂਗਾ ਨਾ, ਉਹਦਾ ਆਲਟਰਨੇਟ ਕੀ ਹੈ ਕਿ ਉਹਦੇ ਨਾਲ ਜਿਹੜਾ ਉਹਦਾ ਜੂਨੀਅਰ ਕੰਮ ਕਰਨ ਵਾਲਾ। ਤਾਂ ਉਵੇਂ ਰਾਜੇ ਆਲਟਰਨੇਟ ਕੀ ਹੋਗੀ। ਮੰਨ ਲਓ ਹੁਣ ਮੇਰੇ ਕੋਲ ਦੋ ਪ੍ਰਾਇਮਰੀ ਕੀ ਬਣਨ ਦੇ ਯੋਗ ਸੀਗੇ, ਇੱਕ EMPLOYE ID ਤੇ SSN ਨੰਬਰ। ਠੀਕ ਹੈ, ਸੋਸ਼ਲ ਸਰਵਿਸ ਨੰਬਰ ਹੁੰਦਾ। ਤਾਂ EMPLOYE ID ਆਪਾਂ ਕਿਸੇ ਕਾਰਨ ਕਰਕੇ ਪਹਿਲਾਂ ਹੀ ਬਿਜ਼ੀ ਆ, ਨਹੀਂ ਬਣਾ ਸਕਦੇ, ਤਾਂ ਉਹਦੀ ਥਾਂ ਤੇ ਕੌਣ ਬਣੂਗਾ, ਜਿਹੜਾ ਨੈਕਸਟ ਕੈਂਡੀਡੇਟ ਹੈ। ਤਾਂ ਨੈਕਸਟ ਕੈਂਡੀਡੇਟ ਕੌਣ ਸੀਗਾ, SSN ਸੀਗਾ। ਤਾਂ ਉਹ ਕੀ ਹੋ ਗਿਆ, ਤੁਹਾਡੀ ਆਲਟਰਨੇਟ ਕੀ ਹੋ ਗਈ। ਰਾਈਟ ਹੈ ਜੀ। ਕਹਿੰਦਾ ਕੈਂਡੀਡੇਟ ਕਾਲਮ ਅਦਰ ਦੈਨ ਦਾ ਪ੍ਰਾਇਮਰੀ ਕਾਲਮ। ਕਹਿੰਦਾ ਜੇ ਇਫ ਕਹਿੰਦਾ EMPLOYE ID ਸੈਟ ਫॉर ਏ ਪ੍ਰਾਇਮਰੀ ਕੀ ਦੈਨ SSN ਵੁੱਡ ਬੀ ਦਾ ਆਲਟਰਨੇਟ ਕੀ। ਮੰਨ ਲਓ EMPLOYE ID ਤਾਂ ਪਹਿਲਾਂ ਹੀ ਬਿਜ਼ੀ ਆ ਪ੍ਰਾਇਮਰੀ ਕੀ ਦੇ ਵਿੱਚ, ਤਾਂ ਦੂਜਾ ਆਲਟਰਨੇਟ ਕੀ ਹੋਊਗਾ ਆਪਣੇ ਕੋਲੇ, ਜਿਹੜਾ ਨੈਕਸਟ ਐਲੀਜੀਬਲ ਕੈਂਡੀਡੇਟ ਹੈ ਜਿਹੜਾ ਕਿ ਬਣ ਸਕਦਾ ਪ੍ਰਾਇਮਰੀ ਕੀ, ਉਹ ਹੋ ਗਿਆ ਤੁਹਾਡਾ ਆਲਟਰਨੇਟ ਕੀ। ਓਕੇ ਜੀ। ਆਈ ਹੋਪ ਤੁਹਾਨੂੰ ਬਹੁਤ ਵਧੀਆ ਸਮਝ ਆ ਰਿਹਾ ਹੋਊਗਾ ਰਾਜੇ, ਇਸ ਤੋਂ ਸੌਖਾ ਮੈਂ ਨਹੀਂ ਸਮਝਾ ਸਕਦਾ। ਬਾਕੀ ਮੈਂ ਜ਼ੋਰ ਪੂਰਾ ਲਾਤਾ ਤੁਹਾਨੂੰ ਸਮਝਾਉਣ ਵਾਸਤੇ। ਇਹ ਟੌਪਿਕ ਦੇ ਉੱਪਰ ਮੈਂ ਤਾਂ ਜ਼ੋਰ ਲਾ ਰਿਹਾ, ਇੱਥੋਂ ਕੁਐਸਚਨ ਵੱਧ ਪੁੱਛਦਾ ਐਗਜ਼ਾਮੀਨਰ। ਤੇ ਜਿਹੜੀ ਮੈਂ ਟੈਸਟ ਸੀਰੀਜ਼ ਪਰਸਨਲੀ ਆਪਣੇ ਚੈਨਲ ਵਾਸਤੇ ਕ੍ਰੀਏਟ ਕੀਤੀ, ਉਹਦੇ ਵਿੱਚ ਵੀ ਮੈਂ ਦੇਖੋ ਪਰਸਨਲੀ 120 ਕੁਐਸਚਨ ਤਾਂ ਹੀ DBMS ਦੇ ਪਾਏ ਆ, ਤਾਂ ਜੋ ਤੁਹਾਨੂੰ ਜਿੱਥੋਂ ਮਰਜ਼ੀ ਕੁਐਸਚਨ ਪੁੱਛ ਲਵੇ, ਤੁਹਾਨੂੰ ਕੁਐਸਚਨ ਵੀ ਪਤਾ ਹੋਣੇ ਚਾਹੀਦੇ ਕਿ ਕਿਵੇਂ ਕੁਐਸਚਨ ਬਣਨਗੇ। ਹੁਣ ਨੈਕਸਟ ਗੱਲ ਕਰਦੇ ਆ ਭਾਈ ਸੁਪਰ ਕੀ।
ਹੁਣ ਸੁਪਰ ਕੀ ਨਾਮ ਤੋਂ ਕਲੀਅਰ ਹੈ, ਸੁਪਰ ਡੁਪਰ ਹੋਊਗੀ ਹੈ ਨਾ, ਸੁਪਰ ਕੀ ਨਾਮ ਤਾਂ ਹੀ ਰੱਖਿਆ, ਕੁਛ ਨਾ ਕੁਛ ਤਾਂ ਵੱਖਰਾ ਹੀ ਹੋਊਗਾ ਇਹਦੇ ਵਿੱਚ। ਹੁਣ ਕੀ ਆ ਰਾਜੇ, ਮੰਨ ਲਓ ਕਹਿੰਦਾ ਇਫ ਯੂ ਐਡ ਐਨੀ ਅਦਰ ਕਾਲਮ ਔਰ ਐਟਰੀਬਿਊਟ ਟੂ ਏ ਪ੍ਰਾਇਮਰੀ ਕੀ ਦੈਨ ਇਟ ਬਿਕਮ ਏ ਸੁਪਰ ਕੀ। ਹੁਣ ਕਈ ਵਾਰੀ ਕੀ ਹੋ ਜਾਂਦਾ ਕਿ ਮੰਨ ਲਓ ਮੈਂ ਇਕੱਲਾ EMPLOYE ID ਨੂੰ ਨਹੀਂ ਯੂਜ਼ ਕਰਨਾ ਪ੍ਰਾਇਮਰੀ ਕੀ, ਮੈਂ ਚਾਹੁੰਦਾ ਵੀ ਇਹਦੇ ਨਾਲ ਮੈਂ ਕੁਝ ਹੋਰ ਕੋਈ ਕਾਲਮ ਲੈ ਲਾਂ, ਕੋਈ ਹੋਰ ਮੈਂ ਮਤਲਬ ਕੀ ਲੈ ਲਾਂ, ਜਿਵੇਂ ਮੰਨ ਲਓ ਕੋਈ ਡੇਟ ਆਫ ਬਰਥ ਲੈ ਲਾਂ, ਕੋਈ ਮੈਂ ਸਰ ਨੇਮ ਲੈ ਲਾਂ, ਕੋਈ ਫਸਟ ਨੇਮ ਲੈ ਲਾਂ, ਮੈਂ ਕੁਝ ਵੀ ਲੈ ਲਾਂ ਜਿਹੜਾ ਕਿ ਮੈਂ ਇਕੱਲਾ ਨਹੀਂ ਲਊਂਗਾ। ਦੋ ਮੈਂ ਮਤਲਬ ਕੀ ਕਰੂੰਗਾ, ਦੋ ਕਾਲਮ ਨੂੰ ਕੀ ਕਰ ਲੂੰਗਾ, ਦੋ ਫੀਲਡ ਨੂੰ ਕੀ ਕਰ ਲੂੰਗਾ, ਮਰਜ ਕਰ ਲੂੰਗਾ, ਤਾਂ ਮਰਜ ਕਰਕੇ ਉਹਨਾਂ ਨੂੰ ਯੂਜ਼ ਕਰ ਲੂੰਗਾ ਐਜ਼ ਏ ਪ੍ਰਾਇਮਰੀ ਕੀ। ਤਾਂ ਉਹਨੂੰ ਫਿਰ ਪ੍ਰਾਇਮਰੀ ਕੀ ਨਹੀਂ ਬੋਲਦੇ, ਫਿਰ ਕੀ ਬੋਲਦੇ, ਉਹਨੂੰ ਸੁਪਰ ਕੀ ਬੋਲਦੇ ਆ। ਹੁਣ ਮੰਨ ਲਓ ਮੈਂ EMPLOYE ID ਤੇ EMPLOYE ਨੇਮ ਨੂੰ ਕੀ ਕਰ ਲਿਆ, ਮਰਜ ਕਰ ਲਿਆ, ਤਾਂ ਉਹ ਕੀ ਬਣ ਗਈ, ਮੇਰੀ ਸੁਪਰ ਕੀ ਬਣ ਗਈ। ਤਾਂ ਸੁਪਰ ਕੀ ਹੋ ਗਈ ਰਾਜੇ, ਸਟੈਂਡਸ ਫॉर ਸੁਪਰ ਸੈਟ ਆਫ ਦਾ ਕੀ, ਤਾਂ ਸੁਪਰ ਸੈਟ ਬਣ ਗਿਆ। ਤਾਂ ਸੁਪਰ ਕੀਜ਼ ਕਹਿੰਦਾ ਸੈਟ ਆਫ ਵਨ ਔਰ ਮੋਰ ਐਟਰੀਬਿਊਟ ਦੈਟ ਆਰ ਟੇਕਨ ਕਲੈਕਟਿਵਲੀ ਐਂਡ ਕੈਨ ਆਇਡੈਂਟੀਫਾਈ ਆਲ ਅਦਰ ਐਟਰੀਬਿਊਟਸ ਯੂਨੀਕਲੀ। ਤਾਂ ਆਪਾਂ ਦੋਵਾਂ ਨੂੰ ਜੋੜ ਕੇ ਕੀ ਕਰ ਸਕਦੇ ਹਾਂ, ਆਪਾਂ ਮਤਲਬ ਕਿ ਹੋਰ ਇਫੈਕਟਿਵ ਮੈਨਰ ਦੇ ਨਾਲ ਕੀ ਕਰ ਸਕਦੇ ਹਾਂ, ਯੂਨੀਕਨੈਸ ਲਿਆ ਸਕਦੇ ਹਾਂ ਆਪਣੇ ਟੇਬਲ ਦੇ ਵਿੱਚ, ਤਾਂ ਹੀ ਯੂਜ਼ ਕਰਦੇ ਹਾਂ ਆਪਾਂ ਸੁਪਰ ਕੀ। ਅਗਲੀ ਕੀ ਵੱਲ ਵਧਦੇ ਹਾਂ ਰਾਜੇ, ਕੰਪੋਜ਼ਿਟ ਕੀ ਆ ਗਈ ਆਪਣੇ ਕੋਲੇ, ਠੀਕ ਹੈ ਜੀ। ਹੁਣ ਮੰਨ ਲਓ ਵੀ ਮੇਰੇ ਕੋਲੇ ਜਿੰਨਾ ਵੀ ਟੇਬਲ ਸੀਗਾ ਮੇਰੇ ਕੋਲੇ, ਮੰਨ ਲਓ ਉਹਦੇ ਵਿੱਚ ਮੰਨ ਲਓ ਆਪਾਂ ਇਹ ਮੰਨ ਲੈਂਦੇ ਇੱਕ ਵਾਰੀ ਕਿ EMPLOYE ID ਇਕੱਲਾ ਕੀ ਹੈ, ਪ੍ਰਾਇਮਰੀ ਕੀ ਬਣਨ ਦੇ ਯੋਗ ਨਹੀਂ ਹੈ। ਆਪਾਂ ਨੂੰ ਲੱਗਦਾ ਵੀ ਇਹ ਇਕੱਲੇ ਨੂੰ ਯੂਜ਼ ਕਰਕੇ ਆਪਾਂ ਯੂਨੀਕਨੈਸ ਨਹੀਂ ਲਿਆ ਸਕਦੇ ਆਪਣੇ ਟੇਬਲ ਦੇ ਵਿੱਚ, ਤਾਂ ਰਾਈਟ ਹੈ। ਫਿਰ ਆਪਾਂ ਕੀ ਕਰਾਂਗੇ ਰਾਜੇ, ਉੱਥੇ ਆਪਾਂ ਨੂੰ ਇਹ ਪਤਾ ਚੱਲ ਗਿਆ ਵੀ ਸਿੰਗਲ ਕਾਲਮ ਜਿਹੜਾ ਹੈਗਾ ਕੁਆਲੀਫਾਈ ਨਹੀਂ ਕਰਦਾ, ਤਾਂ ਆਪਾਂ ਕੀ ਕਰਾਂਗੇ, ਦੋ ਜਾਂ ਦੋ ਤੋਂ ਵੱਧ ਲੈ ਸਕਦੇ ਹਾਂ। ਜਿਵੇਂ ਆਪਾਂ ਸੁਪਰ ਕੀ ਬਣਾਈ ਹੈ ਉਵੇਂ ਆਪਾਂ ਕੰਪੋਜ਼ਿਟ ਕੀ ਬਣਾ ਸਕਦੇ ਹਾਂ। ਤਾਂ ਸੁਪਰ ਕੀ ਤਾਂ ਇਹ ਸੀਗੀ ਵੀ ਪ੍ਰਾਇਮਰੀ ਕੀ ਦੇ ਨਾਲ ਵਰਤਿਆ ਸੀ ਆਪਾਂ, ਕਿਹਨੂੰ, ਇੱਕ ਹੋਰ ਕਾਲਮ ਨੂੰ। ਪਰ ਕੰਪੋਜ਼ਿਟ ਕੀ ਦੇ ਵਿੱਚ ਫਰਕ ਕੀ ਆ ਕਿ ਆਪਣੇ ਕੋਲ ਕੋਈ ਪ੍ਰਾਇਮਰੀ ਕੀ ਹੈ ਹੀ ਨਹੀਂ ਗੀ। ਤਾਂ ਪ੍ਰਾਇਮਰੀ ਕੀ ਹੈ ਨਹੀਂ ਗੀ ਤਾਂ ਆਪਾਂ ਪ੍ਰਾਇਮਰੀ ਕੀ ਬਣਾਉਣ ਵਾਸਤੇ ਕੀ ਕਰਾਂਗੇ, ਦੋ ਜਾਂ ਦੋ ਤੋਂ ਵੱਧ ਕੀ ਕਰਾਂਗੇ, ਕਾਲਮ ਨੂੰ ਜੋੜ ਲਾਂਗੇ। ਹੁਣ ਮੰਨ ਲਓ ਮੇਰੇ ਕੋਲ ਮੰਨ ਲਓ ਇਹ ਹੈ ਹੀ ਨਹੀਂ ਸੀਗਾ ਟੇਬਲ ਦੇ ਵਿੱਚ, ਮੰਨ ਕੇ ਚੱਲਦੇ ਕਿ ਮੇਰੇ ਕੋਲ ਹੈ ਨਹੀਂ ਸੀਗਾ। ਹੁਣ ਮੈਂ ਕਿਹਨੂੰ ਬਣਾਉਂਗਾ, ਮੈਂ EMPLOYE ਨੇਮ ਤੇ ਡੇਟ ਆਫ ਬਰਥ, ਮੰਨ ਲਓ ਦੋ EMPLOYE ਦੇ ਨੇਮ ਤਾਂ ਸੇਮ ਹੋ ਸਕਦੇ ਲੇਕਿਨ ਉਹਨਾਂ ਦੇ ਡੇਟ ਆਫ ਬਰਥ ਤੇ ਚਾਂਸ ਬਹੁਤ ਘੱਟ ਆ ਵੀ ਸੇਮ ਹੋਣ, ਤਾਂ ਮੈਂ ਦੋਵਾਂ ਨੂੰ ਬਣਾ ਸਕਦਾ, ਜਾਂ ਮੈਂ EMPLOYE ਨੇਮ ਤੇ ਡਿਪਾਰਟਮੈਂਟ ID ਨੂੰ ਬਣਾ ਸਕਦਾ, ਠੀਕ ਹੈ। ਤਾਂ ਜਿੱਥੇ ਆਪਾਂ ਕੀ ਕਰਾਂਗੇ ਰਾਜੇ, ਕਹਿੰਦਾ ਇਫ ਦਾ ਟੇਬਲ ਡੂ ਹੈਵ ਏ ਸਿੰਗਲ ਕਾਲਮ ਦੈਟ ਕੁਆਲੀਫਾਈ ਫॉर ਏ ਕੈਂਡੀਡੇਟ ਕੀ then you have to select two or more column to make a row unique। ਤੇ ਜਿਵੇਂ ਮੈਂ EMPLOYE ਨੇਮ ਤੇ ਡੇਟ ਆਫ ਬਰਥ ਨੂੰ ਕੀ ਕਰ ਲਿਆ, ਮਰਜ ਕਰ ਲਿਆ, ਤੇ ਮਰਜ ਕਰਕੇ ਇਹਨੂੰ ਕੀ ਕਰ ਲਿਆ, ਯੂਨੀਕਨੈਸ ਵਾਸਤੇ ਯੂਜ਼ ਕਰ ਲਿਆ। ਪਰ ਕਹਿੰਦਾ ਫਿਰ ਵੀ ਜਦੋਂ ਆਪਾਂ ਕੰਪੋਜ਼ਿਟ ਕੀ ਯੂਜ਼ ਕਰਦੇ ਹਾਂ ਨਾ ਰਾਜੇ, ਕਿਤੇ ਨਾ ਕਿਤੇ ਥੋੜਾ ਜਿਹਾ ਨੈਰੋ ਚਾਂਸ ਰਹਿੰਦਾ ਡੁਪਲੀਕੇਸੀ ਦਾ, ਰਿਡੰਡੈਂਸੀ ਦਾ ਚਾਂਸ ਮਤਲਬ ਕਿ ਰਹਿੰਦਾ ਹੀ ਰਹਿੰਦਾ ਵੀ ਹੋ ਸਕਦੀ ਹੈ ਡੁਪਲੀਕੇਸੀ ਆ ਜਾਵੇ, ਕਿਉਂਕਿ ਪ੍ਰਾਇਮਰੀ ਕੀ ਵਰਗਾ ਇਫੈਕਟਿਵਲੀ ਇਹ ਕੰਮ ਤਾਂ ਨਹੀਂ ਕਰਦੀ, ਪਰ ਇਹ ਆ ਵੀ ਕੰਮ ਚਲਾਉਣ ਵਾਸਤੇ ਆਪਾਂ ਬਣਾ ਲੈਂਦੇ ਆ ਕੰਪੋਜ਼ਿਟ ਕੀ। ਓਕੇ ਜੀ, ਆਈ ਹੋਪ ਤੁਹਾਨੂੰ ਰਾਜੇ ਇਹ ਵੀ ਸਮਝ ਆ ਗਿਆ ਹੋਊਗਾ। ਨੈਕਸਟ ਕਰਦੇ ਆ ਭਾਈ ਫੋਰਨ ਕੀ। ਫੋਰਨ ਕੀ ਨਾਮ ਤੋਂ ਹੀ ਕਲੀਅਰ ਹੈ ਨਾ, ਜਿਹੜੀ ਕਿ ਆਪਣਾ ਵੀ ਜਿਵੇਂ ਆਪਾਂ ਕਹਿੰਦੇ ਵੀ ਯਾਰ ਬੰਦਾ ਫੋਰਨਰ ਹੈ, ਫੋਰਨਰ ਮਤਲਬ ਕਿ ਆਪਣੇ ਦੇਸ਼ 'ਚ ਨਹੀਂ ਰਹਿੰਦਾ। ਤਾਂ ਹੁਣ ਫੋਰਨ ਕੀ ਹੋਊਗੀ, ਮੰਨ ਲਓ ਕਿ ਉਹ ਇੱਕ ਟੇਬਲ ਦੇ ਵਿੱਚ ਤਾਂ ਕੀ ਹੋਊਗੀ, ਪ੍ਰਾਇਮਰੀ ਕੀ ਹੋਊਗੀ, ਪਰ ਨਾਲ ਦੀ ਨਾਲ ਉਹ ਉਸੇ ਟਾਈਮ ਤੇ ਦੂਜੇ ਟੇਬਲ ਦੇ ਵਿੱਚ ਵੀ ਰੋਲ ਪਲੇ ਕਰੂਗੀ। ਜਦੋਂ ਦੂਜੇ ਟੇਬਲ ਦੇ ਵਿੱਚ ਰੋਲ ਪਲੇ ਕਰੂਗੀ ਉੱਥੇ ਉਹਨੂੰ ਪ੍ਰਾਇਮਰੀ ਕੀ ਨਹੀਂ ਬੋਲਾਂਗੇ, ਉੱਥੇ ਆਪਾਂ ਕਿਹਨੂੰ ਕੀ ਬੋਲ ਦਾਂਗੇ, ਫੋਰਨ ਕੀ ਬੋਲ ਦਾਂਗੇ। ਮੰਨ ਲਓ ਕਿ ਇਹ ਸਾਡੀ ਨਹੀਂ ਹੈਗੀ, ਅਸੀਂ ਹੋਰ ਟੇਬਲ ਦੀ ਕੀ ਯੂਜ਼ ਕਰ ਰਹੇ ਹਾਂ ਐਜ਼ ਏ ਪ੍ਰਾਇਮਰੀ ਕੀ, ਤਾਂ ਉਹਨੂੰ ਕਹਿ ਦਾਂਗੇ ਫੋਰਨ ਕੀ ਕਹਿ ਦਾਂਗੇ। ਤਾਂ ਕਹਿੰਦਾ ਹੇਅਰ ਇਨ ਦਾ ਅਬਵ ਟੇਬਲ ਡਿਪਾਰਟਮੈਂਟ ਟੇਬਲ ਦੇ ਵਿੱਚ ਕੀ ਕਹਿੰਦਾ ਵੀ ਡਿਪਾਰਟਮੈਂਟ ID ਹੈਗੀ ਉਹ ਪ੍ਰਾਇਮਰੀ ਕੀ ਹੈ, ਪਰ ਉਹ ਡਿਪਾਰਟਮੈਂਟ ID ਜਦੋਂ EMPLOYE ਟੇਬਲ ਦੇ ਵਿੱਚ ਚਲੀ ਗਈ ਤਾਂ ਕੀ ਬਣ ਗਈ, ਫੋਰਨ ਕੀ ਬਣ ਗਈ। ਤਾਂ ਇਹਨੂੰ ਆਪਾਂ ਯੂਜ਼ ਕਿਉਂ ਕਰਦੇ ਆ, ਕਹਿੰਦਾ ਇਟ ਮੀਨ ਇਟ ਹੈਜ਼ ਰੈਫਰ ਟੂ ਦਾ ਅਨਦਰ ਟੇਬਲ। ਦਿਸ ਕਨਸੈਪਟ ਨੂੰ ਕੀ ਕਹਿ ਦਿੰਦੇ ਆ, ਰੈਫਰੈਂਸ਼ੀਅਲ ਇੰਟੀਗ੍ਰਿਟੀ ਕਹਿ ਦਿੰਦੇ ਆ। ਓਕੇ ਜੀ, ਇਹ ਤਾਂ ਵਰਤਿਆ ਜਾਂਦਾ ਤਾਂ ਜੋ ਉਹਨੂੰ ਦੂਜੇ ਥਾਂ ਤੇ ਰਿਲੇਸ਼ਨ ਕ੍ਰੀਏਟ ਕੀਤਾ ਜਾ ਸਕੇ ਦੋ ਟੇਬਲ ਦੇ ਵਿਚਕਾਰ। ਲਾਸਟ ਵਨ ਆ ਗਿਆ ਭਾਈ ਤੁਹਾਡੀ ਯੂਨੀਕ ਕੀ। ਯੂਨੀਕ ਕੀ ਬਿਲਕੁਲ ਸਕੀ ਭੈਣ ਭਰਾਵਾਂ, ਮਾਸੀ ਦੀਆਂ ਕੁੜੀਆਂ ਕਹਿ ਲਓ, ਕੌਣ, ਪ੍ਰਾਇਮਰੀ ਕੀ ਤੇ ਯੂਨੀਕ ਕੀ ਹੈ, ਭੈਣ ਭਰਾ ਨੇ ਜਾਂ ਦੋਨੇ ਸਿਸਟਰ ਨੇ, ਪਰ ਦੋਵਾਂ ਦੇ ਵਿੱਚ ਫਰਕ ਕੀ ਹੈ ਕਿ ਪ੍ਰਾਇਮਰੀ ਕੀ ਦੀ ਵੈਲਿਊ ਕਦੇ ਵੀ ਨਲ ਨਹੀਂ ਹੋ ਸਕਦੀ, ਜ਼ੀਰੋ ਨਹੀਂ ਹੋ ਸਕਦੀ, ਪਰ ਆਪਾਂ ਯੂਨੀਕ ਕੀ ਦੀ ਵੈਲਿਊ ਐਟ ਲੀਸਟ ਇੱਕ ਵਾਰੀ ਨਲ ਲੈ ਸਕਦੇ ਹਾਂ। ਤਾਂ ਰਾਈਟ, ਦੋਵਾਂ ਦੇ ਵਿੱਚ ਫਰਕ ਬਸ ਇੰਨਾ ਹੀ ਹੈ, ਦੋਨੇ ਕੀ ਕਰਦੀਆਂ ਨੇ, ਯੂਨੀਕਨੈਸ ਵਾਸਤੇ ਵਰਤੀਆਂ ਜਾਂਦੀਆਂ ਨੇ, ਪਰ ਫਰਕ ਇਹੀ ਆ ਵੀ ਇਹਦੇ ਵਿੱਚ ਯੂਨੀਕ ਕੀ ਦੇ ਵਿੱਚ ਕੀ ਹੋ ਸਕਦੀ ਹੈ, ਵੈਲਿਊ ਨਲ ਹੋ ਸਕਦੀ ਹੈ,
ਉਹਦੇ ਵਿੱਚ ਵੈਲਿਊ ਨੈਵਰ ਨੈਵਰ ਐਵਰ ਨਲ ਨਹੀਂ ਹੋਊਗੀ ਕਦੇ ਵੀ। ਓਕੇ ਜੀ, ਇਹ ਸੀਗੀਆਂ ਰਾਜੇ ਸਾਰੀਆਂ ਆਪਣੀਆਂ ਕੀਜ਼। ਤਾਂ ਅੱਜ ਦਾ ਸੁਪਰ ਡੁਪਰ ਟੌਪਿਕ, ਲਾਸਟ ਟੌਪਿਕ ਹੈਗਾ ਨੋਰਮਲਾਈਜੇਸ਼ਨ, ਜਿਹੜਾ ਕਿ ਪੁੱਛਿਆ ਜਾ ਸਕਦਾ ਹੈ ਔਰ ਬਹੁਤ ਹਾਈ ਲੈਵਲ ਦਾ, ਬਿਲਕੁਲ ਆਪਾਂ ਐਂ ਕਹਿ ਸਕਦੇ ਹਾਂ ਵੀ 101% ਲੈਵਲ ਦਾ ਟੌਪਿਕ ਹੈ ਇਹ। ਹੁਣ ਇਹ ਟੌਪਿਕ ਹੈਗਾ ਬਹੁਤ ਵੱਡਾ, ਪਰ ਆਪਾਂ ਜਸਟ ਆਪਣੇ ਸਿਰਫ ਪੇਪਰ ਕਲੀਅਰ ਕਰਨ ਵਾਸਤੇ ਪੜ੍ਹਨਾ ਹੈ। ਵੈਸੇ ਤਾਂ ਪੁੱਛਿਆ ਨਹੀਂ ਜਾਊਗਾ, ਪਰ ਫਿਰ ਵੀ ਮੈਂ ਤੁਹਾਨੂੰ ਤਾਂ ਕਰਵਾ ਰਿਹਾ ਵੀ ਹੋ ਸਕਦਾ ਤੁਹਾਨੂੰ ਪੁੱਛਿਆ ਜਾਵੇ, ਕਿਉਂਕਿ ਪਟਵਾਰੀ ਦੀ ਜਿਹੜੀ ਪੋਸਟ ਹੈਗੀ ਰਾਜੇ ਬਹੁਤ ਹਾਈਲਾਈਟਡ ਆ ਪੰਜਾਬ ਦੇ ਵਿੱਚ। ਤੇ ਹੋ ਸਕਦਾ ਐਗਜ਼ਾਮੀਨਰ ਟ੍ਰਿਕ ਖੇਲੇ ਬੱਚਿਆਂ ਦੇ ਨਾਲ, ਵੀ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਇੱਦਾਂ ਦਾ ਪੇਪਰ ਪਾਵੇ ਕਿ ਕਨਸੈਪਚੁਅਲ ਲੈਵਲ ਦਾ ਪੇਪਰ ਪਾ ਦੇਵੇ, ਬੱਚੇ ਉਸ ਤੱਕ ਸੋਚ ਨਾ ਸਕਣ, ਵੀ ਇੰਨਾ ਡੀਪਲੀ ਨਾ ਪੜ੍ਹ ਸਕਣ। ਪਰ ਉਹਨਾਂ ਨੂੰ ਨਹੀਂ ਪਤਾ ਵੀ ਇੱਥੇ ਹੈਗੇ ਆ ਅਸੀਂ ਪੜ੍ਹਾਉਣ ਵਾਸਤੇ, ਜਾਂ ਹੈਗੇ ਅਸੀਂ ਪੜ੍ਹਨ ਵਾਸਤੇ, ਹੈ ਨਾ। ਪਹਿਲਾਂ ਤਾਂ ਪੜ੍ਹਨ ਵਾਲੇ ਹੋਣਗੇ ਤਾਂ ਹੀ ਪੜ੍ਹਾਉਣ ਵਾਲੇ ਹੋਣਗੇ ਨਾ। ਅਸੀਂ ਵੀ ਤੁਹਾਡੇ ਨਾਲ ਹੀ ਆ। ਜੇ ਪੜ੍ਹਨ ਵਾਲਾ ਹੀ ਨਹੀਂ ਹੋਊਗਾ ਤਾਂ ਪੜ੍ਹਾਉਣ ਵਾਲਾ ਕੀ ਕਰੂਗਾ ਉੱਥੇ। ਤਾਂ ਪਹਿਲਾਂ ਤਾਂ ਆਪਣੇ ਕੋਲੇ ਦੇਖੋ, ਜੇ ਆਪਣੇ ਕੋਲੇ ਰॉ ਮਟੀਰੀਅਲ ਨਹੀਂ ਹੈਗਾ ਤਾਂ ਆਪਾਂ ਪ੍ਰੋਡਕਟ ਤਿਆਰ ਕਰ ਸਕਦੇ ਹਾਂ? ਨਹੀਂ ਕਰ ਸਕਦੇ, ਹੈ ਨਾ। ਜੇ ਆਪਣੇ ਕੋਲ ਕੱਚਾ ਮਾਲ ਹੀ ਹੈ ਨਹੀਂ, ਤੁਹਾਨੂੰ ਮੈਂ ਕੱਲ ਐਗਰੀਕਲਚਰ ਦੇ ਵਿੱਚ ਕਰਾਇਆ ਸੀਗਾ, ਐਗਰੋ ਬੇਸਡ ਇੰਡਸਟਰੀ ਦੇ ਵਿੱਚ, ਜੇ ਕੱਚਾ ਮਾਲ ਹੀ ਨਹੀਂ ਹੋਊਗਾ ਤਾਂ ਪ੍ਰੋਡਕਟ ਕਿਵੇਂ ਤਿਆਰ ਹੋਊਗਾ। ਤੇ ਜੇ ਮੇਰੇ ਕੋਲ ਕੈਂਡੀਡੇਟ ਹੀ ਨਹੀਂ ਹੋਣਗੇ, ਮੇਰੇ ਸਟੂਡੈਂਟ ਹੀ ਨਹੀਂ ਹੋਣਗੇ, ਤੇ ਫਿਰ ਮੈਂ ਕਿਹਨੂੰ ਪਟਵਾਰੀ ਲਵਾਊਂਗਾ। ਠੀਕ ਹੈ, ਤਾਂ ਉਵੇਂ ਰਾਜੇ ਹੁਣ ਨੋਰਮਲਾਈਜੇਸ਼ਨ ਦੇ ਵਿੱਚ ਕੀ ਹੈ ਵੀ ਨੋਰਮਲਾਈਜੇਸ਼ਨ ਕੀ ਕਰਦੀ ਹੈ ਰਾਜੇ, ਵੀ ਜਿੰਨੀ ਵੀ ਆਪਾਂ ਜਿੰਨਾ ਮਰਜ਼ੀ ਤਰੀਕੇ ਵਰਤ ਲਈਏ, ਪਰ ਫਿਰ ਵੀ ਡਾਟਾ ਦੇ ਵਿੱਚ ਡੁਪਲੀਕੇਸੀ ਆਉਂਦੀ ਹੀ ਆਉਂਦੀ ਹੈ, ਕਿਤੇ ਨਾ ਕਿਤੇ ਚਾਂਸ ਬਣ ਜਾਂਦਾ ਹੈ। ਚਾਹੇ ਉਹ ਡਾਇਰੈਕਟਲੀ ਬਣ ਜੇ ਚਾਹੇ ਇਨਡਾਇਰੈਕਟਲੀ ਬਣ ਜੇ। ਡਾਇਰੈਕਟਲੀ ਜਿਹੜਾ ਬਣਦਾ ਉਹਨੂੰ ਤਾਂ ਆਪਾਂ ਰਿਮੂਵ ਕਰ ਦਿੰਦੇ ਹਾਂ, ਕਈ ਵਾਰੀ ਇਨਡਾਇਰੈਕਟਲੀ ਚਾਂਸ ਬਣ ਜਾਂਦਾ ਡੁਪਲੀਕੇਸੀ ਆਉਣ ਦਾ। ਪਰ ਜਿਹੜਾ ਇਫੈਕਟਿਵ ਡਾਟਾਬੇਸ ਉਹੀ ਹੁੰਦਾ ਜਿਹਦੇ ਵਿੱਚ ਡੁਪਲੀਕੇਸੀ ਘੱਟ ਤੋਂ ਘੱਟ ਹੋਵੇ, ਕਿਉਂਕਿ ਜਦੋਂ ਡੁਪਲੀਕੇਸੀ ਆਉਣੀ ਸਟਾਰਟ ਹੋ ਜੂਗੀ ਤਾਂ ਆਪਣਾ ਜਿਹੜਾ ਡਾਟਾਬੇਸ ਹੈ ਰਾਜੇ ਉਹ ਵੇਸਟ ਹੋਣਾ ਸ਼ੁਰੂ ਹੋ ਜਾਊਗਾ। ਹੁਣ ਤੁਹਾਨੂੰ ਪਹਿਲਾਂ ਮੈਂ ਇੱਕ ਵਾਰੀ ਥਿਊਰੀ ਪੜ੍ਹਾ ਦਿੰਦਾ, ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਊਂਗਾ, ਐਗਜ਼ਾਮਪਲ ਦੱਸੂਗਾ। ਉਹ ਐਗਜ਼ਾਮਪਲ ਤੁਹਾਡੇ ਦਿਮਾਗ 'ਚ ਬਹਿ ਗਈ ਤਾਂ ਤੁਹਾਨੂੰ ਨੋਰਮਲਾਈਜੇਸ਼ਨ ਸਮਝ ਆ ਜੂਗੀ। ਤਾਂ ਤੁਹਾਨੂੰ ਮੈਂ ਇਹ ਵੀ ਦੱਸੂਗਾ ਵੀ ਕੁਐਸਚਨ ਬਣਦਾ ਕੀ ਹੈ। ਪਹਿਲਾਂ ਆਪਾਂ ਥਿਊਰੀ ਪੜ੍ਹਦੇ ਹਾਂ। ਕਹਿੰਦਾ ਨੋਰਮਲਾਈਜੇਸ਼ਨ ਕੀ ਹੈ, ਕਹਿੰਦਾ ਇਜ਼ ਦਾ ਪ੍ਰੋਸੈਸ ਆਫ ਆਰਗੇਨਾਈਜ਼ਿੰਗ ਦਾ ਡਾਟਾ ਇਨ ਦਾ ਡਾਟਾਬੇਸ। ਮਤਲਬ ਕਿ ਜਿੰਨਾ ਵੀ ਡਾਟਾ ਉਹਨੂੰ ਆਰਗੇਨਾਈਜ਼ ਕਰਨ ਦਾ ਕੰਮ ਕੌਣ ਕਰਦਾ? ਨੋਰਮਲਾਈਜੇਸ਼ਨ ਕਰਦੀ ਹੈ। ਇਹ ਹੁਣ ਵਰਤਦੀ ਕਾਹਦੋਂ ਆਪਾਂ? ਕਹਿੰਦਾ ਯੂਜ਼ ਟੂ ਮਿਨੀਮਾਈਜ਼ ਦਾ ਰਿਡੈਂਸੀ ਫਰੋਮ ਦਾ ਰਿਲੇਸ਼ਨ ਔਰ ਸੈਟ ਆਫ ਰਿਲੇਸ਼ਨ। ਮਤਲਬ ਕਿ ਡਾਟਾ ਦੀ ਡੁਪਲੀਕੇਸੀ ਨੂੰ ਰਿਮੂਵ ਕਰਨ ਵਾਸਤੇ, ਚਾਹੇ ਉਹ ਰਿਲੇਸ਼ਨ ਹੋਵੇ, ਰਿਲੇਸ਼ਨ ਹੁੰਦਾ ਮਤਲਬ ਕਿ ਦੋ ਟੇਬਲ ਦੇ ਵਿੱਚ ਰਿਲੇਸ਼ਨ, ਜਾਂ ਰਿਲੇਸ਼ਨ ਕੋਈ ਸੈੱਟ ਦੇ ਵਿੱਚ ਵੀ ਹੋ ਸਕਦਾ ਹੈ, ਉਹਨਾਂ ਦੇ ਵਿੱਚ ਡੁਪਲੀਕੇਸੀ ਨੂੰ ਰਿਮੂਵ ਕਰਨ ਵਾਸਤੇ ਵਰਤੀ ਜਾਂਦੀ ਹੈ। ਤੇ ਆਲਸੋ ਕਹਿੰਦਾ ਆਲਸੋ ਯੂਜ਼ ਟੂ ਐਲੀਮੀਨੇਟ ਦਾ ਅਨਡਿਜ਼ਾਇਰੇਬਲ ਕਰੈਕਟਰਿਸਟਿਕਸ ਲਾਈਕ ਇਨਸਰਸ਼ਨ, ਅਪਡੇਸ਼ਨ, ਡਿਲੀਸ਼ਨ। ਇਹਨਾਂ ਨੂੰ ਵੀ ਰਿਮੂਵ ਕਰਨ ਵਾਸਤੇ ਹੋ ਸਕਦਾ ਕਿ ਕੋਈ ਅਪਡੇਸ਼ਨ ਹੈ, ਮੰਨ ਲਓ ਉਹ ਵਾਰ-ਵਾਰ ਆਪਾਂ ਨੂੰ ਅਪਡੇਸ਼ਨ ਕਰਨੀ ਪੈ ਸਕਦੀ ਹੈ। ਉਹ ਤੁਹਾਨੂੰ ਮੈਂ ਅੱਗੇ ਜਾ ਕੇ ਐਗਜ਼ਾਮਪਲ ਸਮਝਾਊਂਗਾ, ਤੁਹਾਨੂੰ ਸਮਝ ਆ ਜਾਊਗੀ। ਉਸ ਤੋਂ ਬਾਅਦ ਫਿਰ ਦੁਬਾਰਾ ਸਲਾਈਡ ਨੂੰ ਪੜ੍ਹਿਓ, ਫਿਰ ਸਵਾਦ ਆਊਗਾ। ਇਸ ਤੋਂ ਇਲਾਵਾ ਕਹਿੰਦਾ ਜਿਹੜਾ ਨੋਰਮਲਾਈਜੇਸ਼ਨ ਹੈ, ਕਹਿੰਦਾ ਡਿਵਾਈਡ ਕੀ ਕਰਦੀ ਆ? ਲਾਰਜ ਟੇਬਲ ਨੂੰ ਡਿਵਾਈਡ ਕਰ ਦਿੰਦੀ ਹੈ ਸਮੋਲਰ ਟੇਬਲ ਦੇ ਵਿੱਚ। ਇਹ ਮਤਲਬ ਕਿ ਨੋਰਮਲਾਈਜੇਸ਼ਨ ਕਹਿੰਦੀ ਹੈ ਕਿ ਤੁਸੀਂ ਲਾਰਜ ਟੇਬਲ ਨਹੀਂ ਬਣਾਉਣਾ ਕਦੇ ਵੀ। ਲਾਰਜ ਟੇਬਲ ਦੀ ਥਾਂ ਤੇ ਚਾਹੇ ਤੁਸੀਂ ਮਲਟੀਪਲ ਟੇਬਲ ਬਣਾ ਲਓ, ਪਰ ਛੋਟੇ ਟੇਬਲ ਬਣਾਓ, ਕਿਉਂਕਿ ਜਿਹੜੇ ਛੋਟੇ ਟੇਬਲ ਹੁੰਦੇ ਆ ਰਾਜੇ ਉਹ ਕਹਿੰਦਾ ਮੋਰ ਇਫੈਕਟਿਵਲੀ ਕਹਿੰਦਾ ਵਰਤ ਸਕਦੇ ਹਾਂ ਆਪਾਂ ਐਜ਼ ਕੰਪੇਅਰ ਟੂ ਲਾਰਜ ਟੇਬਲ। ਇਸ ਤੋਂ ਇਲਾਵਾ ਕਹਿੰਦਾ ਦਾ ਨਾਰਮਲ ਫਾਰਮ ਇਜ਼ ਯੂਜ਼ ਟੂ ਰਿਡਿਊਸ ਰਿਡੈਂਸੀ ਫਰੋਮ ਦਾ ਡਾਟਾਬੇਸ ਟੇਬਲ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਮੇਨ ਇਹਦਾ ਕੰਮ ਕੀ ਹੈ? ਡੁਪਲੀਕੇਸੀ ਨੂੰ ਰਿਮੂਵ ਕਰਨਾ। ਅੱਛਾ, ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ। ਕੁਐਸਚਨ ਕੀ ਪੁੱਛਿਆ ਜਾ ਸਕਦਾ ਵੀ ਜਿਹੜੀ ਨਾਰਮਲ ਫਾਰਮ ਹੈ ਜਾਂ ਨਾਰਮਲਾਈਜੇਸ਼ਨ ਹੈ ਉਹਦੀਆਂ ਕਿੰਨੀਆਂ ਫਾਰਮ ਹੁੰਦੀਆਂ? ਤਾਂ ਤੁਹਾਨੂੰ ਦਿਖ ਰਹੀਆਂ ਹੋਣੀਆਂ ਇੱਥੇ 4 ਹੈ, ਲੇਕਿਨ ਬੇਸਿਕਲੀ ਇਹ 3 ਫਾਰਮ ਹੀ ਹੁੰਦੀਆਂ। ਤਾਂ ਆਨਸਰ ਤੁਹਾਡਾ ਆਊਗਾ 3। ਜਾਂ ਕੁਐਸਚਨ ਘੁਮਾ ਕੇ ਪੁੱਛ ਲੂਗਾ ਕਿ ਕਿੰਨੀਆਂ ਸਟੇਟ ਹੁੰਦੀਆਂ ਨਾਰਮਲਾਈਜੇਸ਼ਨ ਦੀਆਂ? ਤਾਂ 3 ਸਟੇਟ ਹੁੰਦੀਆਂ, 1NF ਫਸਟ ਨਾਰਮਲਾਈਜੇਸ਼ਨ ਫਾਰਮ, ਸੈਕਿੰਡ, ਥਰਡ। ਕਿਉਂਕਿ ਜਿਹੜੀ BCNF ਹੈ ਉਹ ਰਾਜੇ ਇਹਦਾ ਹੀ ਐਡਵਾਂਸ ਵਰਜ਼ਨ ਹੈ, ਇਹਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਬਣਾਈ ਗਈ ਸੀਗੀ। ਤਾਂ ਤੁਸੀਂ ਹਮੇਸ਼ਾ ਯਾਦ ਰੱਖਣਾ ਕਿੰਨੀਆਂ ਫਾਰਮ ਹੁੰਦੀਆਂ, ਕਿੰਨੀਆਂ ਸਟੇਟ ਹੁੰਦੀਆਂ, ਜਾਂ ਕਿੰਨੀਆਂ ਟਾਈਪ ਹੁੰਦੀਆਂ ਨਾਰਮਲਾਈਜੇਸ਼ਨ ਦੀਆਂ। 3 ਟਾਈਪ ਹੁੰਦੀਆਂ, 1NF, ਸੈਕਿੰਡ NF ਤੇ ਥਰਡ NF। ਇਹਦੀ ਫੁੱਲ ਫਾਰਮ ਵੀ ਪੁੱਛ ਲੈਂਦਾ। ਤਾਂ 1 ਦਾ ਮਤਲਬ ਕੀ ਆ? 1 ਨਾਰਮਲਾਈਜੇਸ਼ਨ ਫਾਰਮ, ਮਤਲਬ ਕਿ ਲੈਵਲ ਇਹਦਾ 1 ਲੈਵਲ ਆ, ਸੈਕਿੰਡ ਲੈਵਲ, ਥਰਡ ਲੈਵਲ। ਤੇ BCNF ਦੀ ਫੁੱਲ ਫਾਰਮ ਹੈਗੀ ਰਾਜੇ ਬॉयਜ਼ ਕੋਡ ਨਾਰਮਲ ਫਾਰਮ। ਬॉयਜ਼ ਕੋਡ ਤੁਹਾਨੂੰ ਦੱਸ ਦੂੰਗਾ ਫਾਦਰ ਆਫ ਡੀਮੇਮਸ ਦੇ ਨਾਮ ਤੇ ਰੱਖਿਆ ਗਿਆ, ਉਹ ਤੁਹਾਨੂੰ ਮੈਂ MCQ ਦੇ ਵਿੱਚ ਕਰਵਾਊਂਗਾ। ਤਾਂ ਜਿਹੜੀ BCNF ਹੈਗੀ ਰਾਜੇ ਇਹ ਕੀ ਆ? ਐਕਸਟੈਂਸ਼ਨ ਹੈ ਕਿਹਦੀ? ਥਰਡ ਨਾਰਮਲ ਫਾਰਮ ਦੀ। ਓਕੇ ਜੀ, ਇੰਨਾ ਤਾਂ ਹੋ ਗਿਆ ਕਲੀਅਰ ਆਪਣਾ। ਹੁਣ ਤੁਹਾਨੂੰ ਮੈਂ ਸਮਝਾਉਣਾ ਬਾਈ ਹੁੰਦਾ ਕੀ ਹੈ ਨਾਰਮਲਾਈਜੇਸ਼ਨ, ਕਿਉਂ ਵਰਤਦੇ ਆਪਾਂ, ਕਾਹਦੇ ਵਾਸਤੇ ਵਰਤੀ ਜਾਂਦੀ ਆ। ਆਪਾਂ ਇੱਥੇ ਇੱਕ ਐਗਜ਼ਾਮਪਲ ਲੈਂਦੇ ਹਾਂ, ਐਗਜ਼ਾਮਪਲ ਲਵਾਂਗੇ ਤਾਂ ਬਹੁਤ ਵਧੀਆ ਸਮਝ ਆਊਗਾ। ਮੰਨ ਲਓ ਮੈਂ ਇੱਕ ਟੇਬਲ ਲੈ ਲੈਣਾ।
ਹੁਣ ਕੀ ਆ ਟੇਬਲ ਦੇ ਵਿੱਚ ਕੀ ਆਪਾਂ ਕੋਈ ਫੀਲਡ ਲੈ ਲੈਂਦੇ ਆ, ਕਾਲਮ ਲੈ ਲੈਂਦੇ ਆ। ਠੀਕ ਹੈ, ਤੁਹਾਨੂੰ ਮੈਂ ਦੱਸਦਾ ਕਿਹੜੇ ਕਿਹੜੇ ਕਾਲਮ ਲੈਣੇ ਆ ਆਪਾਂ। ਇਹ ਕਾਲਮ ਲੈ ਕੇ ਆਪਾਂ ਐਗਜ਼ਾਮਪਲ ਜਦੋਂ ਸਮਝਾਂਗੇ ਨਾ ਤਾਂ ਆਪਣੇ ਦਿਮਾਗ ਦੇ ਵਿੱਚ ਖਾਨਿਆਂ 'ਚ ਪੈ ਜੂਗੀ। ਹੁਣ ਆਪਾਂ ਕੀ ਆ, ਇੱਕ ਲੈ ਲੈਂਦੇ ਆਪਾਂ ਸਟੂਡੈਂਟ ਦੀ ਆਈਡੀ ਲੈ ਲੈਂਦੇ ਆ, SID ਲੈ ਲਿਆ ਮੈਂ, ਸਟੂਡੈਂਟ ID। ਠੀਕ ਹੈ, ਫਿਰ ਮੈਂ ਲੈ ਲਿਆ ਸਟੂਡੈਂਟ ਦਾ ਨੇਮ ਲੈ ਲਿਆ। ਠੀਕ ਹੈ, NM ਲਿਖ ਲੈਣਾ, ਤੁਸੀਂ ਥੋੜ੍ਹਾ ਜਿਹਾ ਯਾਦ ਰੱਖ ਲਿਓ। ਸਟੂਡੈਂਟ ਦਾ ਨੇਮ ਲੈ ਲਿਆ। ਓਕੇ ਜੀ, ਸਟੂਡੈਂਟ ਦਾ ਨੇਮ ਲੈਣ ਤੋਂ ਬਾਅਦ ਮੈਂ ਇੱਕ ਲੈ ਲੈਣਾ ਕੋਰਸ ID। ਕੋਈ ਕੋਰਸ ਮੈਂ ਚਲਾ ਰਿਹਾ ਉਹਦੀ ID ਲੈ ਲਈ। ਓਕੇ ਜੀ, ਫਿਰ ਮੈਂ ਕੋਰਸ ਦਾ ਟੀਚਰ ਲੈ ਲੈਣਾ, ਕੋਰਸ ਟੀਚਰ। ਠੀਕ ਹੈ, TH ਲਿਖ ਲੈਣਾ, ਕੋਰਸ ਟੀਚਰ। ਫਿਰ ਟੀਚਰ ਦਾ ਕੀ ਲੈ ਲੈਣਾ ਮੈਂ, ਮੋਬਾਈਲ ਨੰਬਰ ਲੈ ਲੈਣਾ। ਇੰਨਾ ਕੁ ਯਾਦ ਰੱਖ ਲਿਓ। ਹੁਣ ਮੰਨ ਲਓ ਮੈਂ ਇਹਦੇ ਵਿੱਚ ਡਾਟਾ ਭਰਨਾ ਸਟਾਰਟ ਕਰ ਦੇਣਾ। ਤੁਹਾਨੂੰ ਮੈਂ ਦੱਸਦਾ ਵੀ ਡੁਪਲੀਕੇਸੀ ਇਨਡਾਇਰੈਕਟਲੀ ਵੇ ਦੇ ਨਾਲ ਕਿਵੇਂ ਆਉਂਦੀ ਹੈ। ਮੰਨ ਲਓ ਮੈਂ ਸਟੂਡੈਂਟ ID ਸੀਗੀ ਇੱਕ ਹੀ ਮੰਨ ਲੈਂਦੇ ਆ। ਨੇਮ ਸੀਗਾ ਮੰਨ ਲਓ ਇੱਥੇ ਉਹਦਾ ਨੇਮ ਸੀਗਾ ਮਨਪ੍ਰੀਤ। ਠੀਕ ਹੈ, ਕੁਛ ਵੀ ਲੈ ਲਓ ਤੁਸੀਂ, ਮਨਪ੍ਰੀਤ ਲੈ ਲਿਆ ਮੈਂ। ਕੋਰਸ ID ਸੀਗਾ ਮੰਨ ਲਓ ਮੈਂ ਕੋਰਸ ID ਲੈ ਲਿਆ ਰਾਜੇ 201। ਠੀਕ ਹੈ, ਤਾਂ ਕੋਰਸ ਦਾ ਟੀਚਰ ਸੀਗੇ ਮੰਨ ਲਓ ਫਨਕਾਰ ਸਰ ਸੀਗੇ। ਠੀਕ ਹੈ, ਫਨਕਾਰ ਸਰ। ਤੇ ਮੋਬਾਈਲ ਨੰਬਰ ਹੋ ਗਿਆ ਮੰਨ ਲਓ ਮੈਂ ਮੰਨ ਲੈਣਾ ਉਹਨਾਂ ਦਾ ਮੋਬਾਈਲ ਨੰਬਰ 9898 ਕੁਛ ਵੀ ਮੰਨ ਲਓ। ਠੀਕ ਹੈ, ਮੋਬਾਈਲ ਨੰਬਰ ਹੈ। ਦੂਸਰਾ ਸਟੂਡੈਂਟ ਆ ਗਿਆ ਮੇਰੇ ਕੋਲ, ਮੰਨ ਲਓ ਉਹਦਾ ਨਾਮ ਸੀਗਾ ਰਾਜ, ਉਹਦਾ ਵੀ ਕੋਰਸ ਸੇਮ ਹੈ ਤੇ ਉਹਦੇ ਟੀਚਰ ਵੀ ਕੌਣ ਨੇ, ਫਨਕਾਰ ਸਰ ਨੇ। ਤੇ ਮੋਬਾਈਲ ਨੰਬਰ ਤਾਂ ਸੇਮ ਰਹੂਗਾ ਹੀ ਰਹੂਗਾ। ਫਿਰ ਥਰਡ ਬੱਚਾ ਆ ਗਿਆ, ਉਹਦਾ ਨਾਮ ਕੀ ਹੈ, ਉਹਦਾ ਨਾਮ ਕੀ, ਚਲੋ ਮੰਨ ਲਓ ਮੰਨੂ ਹੈ। ਠੀਕ ਹੈ, ਤਾਂ ਉਹਦਾ ਠੀਕ ਹੈ ਕੋਰਸ ID ਉਹਨੇ ਵੀ ਇਹੀ ਲੈ ਲਿਆ, ਉਹਦੇ ਟੀਚਰ ਵੀ ਫਨਕਾਰ ਸਰ ਨੇ ਤੇ ਉਹਦਾ ਮੋਬਾਈਲ ਨੰਬਰ ਵੀ ਫਨਕਾਰ ਸਰ ਦਾ ਸੇਮ ਰਹੂਗਾ। ਹੁਣ ਦੇਖੋ, ਹੁਣ ਇੱਥੇ ਰਿਡੈਂਸੀ ਆ ਕਿੱਥੇ ਰਹੀ ਹੈ, ਡੁਪਲੀਕੇਸੀ ਕਿੱਥੇ ਆ ਰਹੀ ਹੈ, ਤੁਹਾਨੂੰ ਮੈਂ ਦੱਸਦਾ, ਤੁਸੀਂ ਨੋਟ ਕਰਿਓ। ਥੋੜਾ ਜਿਹਾ ਮੈਂ ਕਲਰ ਚੇਂਜ ਕਰ ਲਾਂ ਮਾੜਾ ਜਿਹਾ ਸਮਝਾਉਣ ਵਾਸਤੇ। ਹੁਣ ਜਿਹੜਾ ਆਹ ਡਾਟਾ ਹੈ ਰਾਜੇ, ਜਿਹੜਾ ਆਹ ਡਾਟਾ ਹੈ, ਆਹ ਦੇਖੋ ਇਹ ਵਾਰ-ਵਾਰ ਰਿਪੀਟ ਹੋ ਰਿਹਾ ਹੈ। ਕੋਰਸ ID ਵੀ ਸੇਮ ਰਹਿ ਰਿਹਾ ਹੈ, ਟੀਚਰ ਦਾ ਨਾਮ ਵੀ ਸੇਮ ਰਹਿ ਰਿਹਾ ਹੈ, ਮੋਬਾਈਲ ਨੰਬਰ ਵੀ ਸੇਮ ਰਹਿ ਰਿਹਾ ਹੈ। ਚਾਹੇ ਬੱਚੇ ਅਲੱਗ-ਅਲੱਗ ਹੋ ਰਹੇ ਨੇ ਲੇਕਿਨ ਕੋਰਸ ਦਾ ਕੀ ਆ, ਸਾਰਾ ਕੁਝ ਹੀ ਸੇਮ ਰਹਿ ਰਿਹਾ ਹੈ। ਤਾਂ ਡੁਪਲੀਕੇਸੀ ਆ ਗਈ ਨਾ, ਕਿ ਸੇਮ ਚੀਜ਼ ਵਾਰ-ਵਾਰ ਰਿਪੀਟ ਹੋ ਰਹੀ ਹੈ। ਇਨਡਾਇਰੈਕਟਲੀ ਵੇ ਦੇ ਨਾਲ ਕੀ ਆ ਗਈ, ਡੁਪਲੀਕੇਸੀ ਆ ਗਈ। ਹੁਣ ਪ੍ਰੋਬਲਮ ਕਿੱਥੇ ਕ੍ਰੀਏਟ ਹੁੰਦੀ ਆ, ਪ੍ਰੋਬਲਮ ਇੱਥੇ ਮੈਂ ਤੁਹਾਨੂੰ ਜ਼ਿਆਦਾ ਨਹੀਂ ਡਿਸਕਸ ਕਰੂੰਗਾ ਕਿਉਂਕਿ ਤੁਹਾਨੂੰ ਜ਼ਿਆਦਾ ਸਮਝ ਨਹੀਂ ਆਊਗਾ ਜੇ ਤੁਹਾਡਾ ਬੈਕਗਰਾਊਂਡ ਟੈਕਨੀਕਲ ਨਹੀਂ ਹੈ। ਆਪਾਂ ਸਿਰਫ ਉਹਨਾਂ ਕੁ ਪੜ੍ਹਨਾ ਜਿੰਨਾ ਕੁ ਆਪਾਂ ਨੂੰ ਐਗਜ਼ਾਮ 'ਚ ਕੰਮ ਆ ਜੇ। ਪ੍ਰੋਬਲਮ ਕੀ ਆ ਗਈ ਰਾਜੀ, ਪ੍ਰੋਬਲਮ ਆ ਗਈ ਇੱਥੇ, ਸੌਰੀ ਡਿਲੀਟ ਹੀ ਹੋ ਗਿਆ, ਮੈਂ ਦੁਬਾਰਾ ਬਣਾਉਣਾ 1 ਮਿੰਟ। ਹੁਣ ਮੰਨ ਲਓ ਰਾਜੇ ਮੈਂ ਇੱਥੇ ਤੁਹਾਨੂੰ ਡਾਇਰੈਕਟ ਕਰਵਾ ਦਿੰਦਾ। ਪ੍ਰੋਬਲਮ ਕਿੱਥੇ ਆਉਂਦੀ ਹੈ, ਪ੍ਰੋਬਲਮ ਆ ਗਈ ਆਪਣੀ, ਮੰਨ ਲਓ ਵੀ ਮੈਂ ਇੱਥੇ ਰਿਕਾਰਡ ਭਰਤਾ, ਮੈਂ ਡਾਇਰੈਕਟ ਉੱਪਰ ਲਿਖ ਨਹੀਂ ਰਿਹਾ। ਮੰਨ ਲਓ ਮੈਂ ਪਹਿਲਾ ਸੀਗਾ ਤਾਂ ਸਟੂਡੈਂਟ ਸੀਗਾ ਮਨਪ੍ਰੀਤ, ਤੇ ਮੰਨ ਲਓ ਉਹਨੇ ਕੋਰਸ ਲੈ ਲਿਆ ਸੀ 101, ਟੀਚਰ ਸੀਗੇ ਫਨਕਾਰ ਸਰ ਤੇ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਮੰਨ ਲਓ 1234 ਲਿਖ ਦਿੰਦਾ ਮੈਂ। ਤੇ ਸੈਕਿੰਡ ਆ ਗਿਆ ਮੰਨ ਲਓ ਰਾਜ ਹੈ, ਉਹਨੇ ਵੀ ਕੋਰਸ ਕਿਹੜਾ ਲੈ ਲਿਆ 101, ਫਨਕਾਰ ਸਰ ਪੜ੍ਹਾ ਰਹੇ ਹੈ ਤੇ ਉਹਨਾਂ ਦਾ ਮੋਬਾਈਲ ਨੰਬਰ ਵੀ ਸੇਮ ਹੈ। ਤੇ ਥਰਡ ਮੈਂ ਲੈ ਲਿਆ ਸੀ ਮੰਨੂ। ਠੀਕ ਹੈ, ਮੰਨੂ ਲੈ ਲਿਆ ਤੇ ਉਹਦਾ ਵੀ ਮਤਲਬ ਕੋਰਸ ਵੀ ਸੇਮ ਹੈ ਤੇ ਆਪਣਾ ਪੜ੍ਹਾ ਵੀ ਕੌਣ ਰਹੇ ਆ, ਫਨਕਾਰ ਸਰ ਰਹੇ ਆ। ਹੁਣ ਮੈਂ ਕਰ ਲੈਣਾ ਚੇਂਜ। ਅੱਛਾ, ਹੁਣ ਇੱਥੇ ਆ ਰਹੀ ਸੀ ਰਾਜੇ ਡੁਪਲੀਕੇਸੀ ਆ ਰਹੀ ਸੀਗੀ ਆਪਣੇ ਕੋਲੇ, ਆ ਰਹੀ ਸੀ ਨਾ। ਹੁਣ ਮੰਨ ਲਓ ਵੀ ਫਨਕਾਰ ਸਰ ਨੇ ਕੀ ਕਰ ਲਿਆ, ਮੋਬਾਈਲ ਨੰਬਰ ਚੇਂਜ ਕਰ ਲਿਆ। ਮੋਬਾਈਲ ਨੰਬਰ ਚੇਂਜ ਕਰ ਲਿਆ ਤਾਂ ਹੁਣ ਮੈਨੂੰ ਕੀ ਆ, ਡਾਟਾਬੇਸ ਦੇ ਵਿੱਚ ਮੋਬਾਈਲ ਨੰਬਰ ਤਾਂ ਚੇਂਜ ਕਰਨਾ ਹੀ ਪੈਣਾ, ਅਪਡੇਸ਼ਨ ਕਰਨੀ ਪੈਣੀ ਆ। ਤਾਂ ਮੈਨੂੰ ਕੀ ਕਰਨਾ ਪਊਗਾ ਰਾਜੇ, ਇਕੱਲੇ ਰਿਕਾਰਡ ਤੇ ਜਾ ਕੇ ਕੀ ਕਰਨਾ ਪਊਗਾ, ਅਪਡੇਟ ਕਰਨਾ ਪਊਗਾ। ਮੰਨ ਲਓ ਮੇਰੇ ਕੋਲ 100 ਬੱਚਾ ਹੈ ਮੇਰੇ ਕੋਰਸ ਦੇ ਵਿੱਚ, 101 ਕੋਰਸ ID ਦੇ ਵਿੱਚ 100 ਬੱਚਾ ਹੈ, ਤਾਂ ਮੈਨੂੰ 100 ਜਗ੍ਹਾ ਤੇ ਜਾ ਕੇ ਕੀ ਕਰਨੀ ਪਊਗੀ, ਅਪਡੇਸ਼ਨ ਕਰਨੀ ਪਊਗੀ, ਜਿਹੜਾ ਕਿ ਇੱਕ ਬਹੁਤ ਕੰਪਲੈਕਸ ਟਾਸਕ ਹੈ। ਪਹਿਲੀ ਪ੍ਰੋਬਲਮ ਤਾਂ ਇਹ। ਅੱਛਾ, ਦੂਜੀ ਪ੍ਰੋਬਲਮ ਕੀ ਆ, ਮੰਨ ਲਓ ਹੁਣ ਮੈਂ ਪਟਵਾਰੀ ਦਾ ਕੋਰਸ ਚੱਲ ਰਿਹਾ, ਮੰਨ ਲਓ ਇਹ ਪਟਵਾਰੀ ਦਾ ਕੋਰਸ ਹੈ ਮੇਰਾ, ਜਿਹੜਾ 101 ਹੈ ਮੇਰਾ ਪਟਵਾਰੀ ਦਾ ਕੋਰਸ ਹੈ। ਹੁਣ ਮੰਨ ਲਓ ਮਨਪ੍ਰੀਤ ਸਿੰਘ ਹੋ ਗਿਆ, ਰਾਜ ਹੋ ਗਿਆ, ਇਹ ਕੀ ਸੀਗੇ, ਬੱਚਿਆਂ ਨੇ ਕੀ ਕੀਤੀ, ਮਿਹਨਤ ਕੀਤੀ ਹੈ, ਪੇਪਰ ਕੱਢ ਕੇ। ਜਦੋਂ ਪੇਪਰ ਕੱਢ ਕੇ ਤਾਂ ਮੈਨੂੰ ਡਾਟਾਬੇਸ ਦੇ ਵਿੱਚ ਜ਼ਰੂਰਤ ਨਹੀਂ ਇਹਨਾਂ ਦੀ, ਕਿਉਂਕਿ ਇਹ ਤਾਂ ਪੇਪਰ ਕੱਢ ਕੇ ਲੱਗ ਚੁੱਕੇ ਆ। ਤਾਂ ਇਹ ਤਾਂ ਨਹੀਂ ਕਿ ਪਟਵਾਰੀ ਦੀ ਪੋਸਟ ਹੁਣ ਮੰਨ ਲਓ ਹੁਣੀ ਆਈ ਆ, ਤੁਸੀਂ ਲੱਗ ਗਏ, ਉਸ ਤੋਂ ਬਾਅਦ ਕਦੇ ਆਉਣੀ ਨਹੀਂ, ਅਗਲੀ ਜਨਰੇਸ਼ਨ ਵਾਸਤੇ ਆਊਗੀ ਨਹੀਂ ਪਟਵਾਰੀ ਦੀ ਪੋਸਟ। ਪਟਵਾਰੀ ਦੀ ਪੋਸਟ ਤਾਂ ਆਊਗੀ, ਅਸੀਂ ਫਿਰ ਪੜ੍ਹਾਵਾਂਗੇ ਨਵੇਂ ਬੱਚਿਆਂ ਨੂੰ। ਮੰਨ ਲਓ ਆਹ ਬੱਚੇ ਕੀ ਹੋ ਗਏ, ਮੰਨ ਲਓ ਕਲੀਅਰ ਕਰ ਗਏ ਐਗਜ਼ਾਮ। ਹੁਣ ਜਦੋਂ ਮੈਂ ਇਹਨਾਂ ਨੂੰ ਡਿਲੀਟ ਕਰੂੰਗਾ, ਠੀਕ ਹੈ, ਡਿਲੀਟ ਕਰਨ ਤੋਂ ਬਾਅਦ ਕੀ ਆ, ਮੇਰਾ ਆ ਵੀ ਡਾਟਾ ਡਿਲੀਟ ਹੋ ਜਾਊਗਾ। ਮੰਨ ਲਓ ਮੈਂ ਆਹ ਟੱਪਲ ਡਿਲੀਟ ਕਰਦਾ, ਆਹ ਟੱਪਲ ਡਿਲੀਟ ਕਰਦਾ ਤਾਂ ਮੇਰਾ ਆ ਵੀ ਡਾਟਾ ਡਿਲੀਟ ਹੋ ਜਾਂਦਾ। ਤਾਂ ਮੇਰਾ ਪੂਰਾ ਟੇਬਲ ਕੀ ਹੋ ਗਿਆ, ਵੇਸਟ ਹੋ ਗਿਆ। ਜਦ ਕਿ ਮੈਨੂੰ ਕੀ ਆ ਰਾਜੇ, ਮੈਨੂੰ ਆਹ ਚੀਜ਼ ਤਾਂ ਚਾਹੀਦੀ ਹੈ ਨਾ, ਕਿ ਮੇਰਾ ਤਾਂ ਕੋਰਸ ID ਸੇਮ ਰਹੂਗੀ। ਚਾਹੇ ਮੈਂ ਮੰਨ ਲਓ ਇਸ ਸਾਲ ਮੈਂ ਪਟਵਾਰੀ ਵਾਸਤੇ ਪੜ੍ਹਾਇਆ, ਅਗਲੇ ਸਾਲ ਫਿਰ ਪਟਵਾਰੀ ਦੀ ਪੋਸਟ ਆ ਗਈ, ਤਾਂ ਮੇਰਾ ਕੋਰਸ ID ਤਾਂ ਸੇਮ ਰਹੂਗਾ, ਟੀਚਰ ਵੀ ਸੇਮ ਰਹੂਗਾ ਤੇ ਮੇਰਾ ਮੋਬਾਈਲ ਨੰਬਰ ਵੀ ਸੇਮ ਰਹੂਗਾ। ਤਾਂ ਮੈਨੂੰ ਆਹ ਰਿਕਾਰਡ ਤਾਂ ਚਾਹੀਦਾ ਹੀ ਚਾਹੀਦਾ। ਜਦੋਂ ਮੈਂ ਮੰਨ ਲਓ ਆਹ ਬੱਚਾ ਡਿਲੀਟ ਕਰਦਾ ਤਾਂ ਮੇਰਾ ਰਿਕਾਰਡ ਵੀ ਡਿਲੀਟ ਹੋ ਰਿਹਾ।
ਠੀਕ ਹੈ। ਤਾਂ ਮੈਂ ਇੱਥੇ ਕੀ ਆ, ਇਹ ਵੀ ਮੰਨ ਲਓ ਕਿ ਇੱਕ ਤਰ੍ਹਾਂ ਦੀ ਪ੍ਰੋਬਲਮ ਹੈ। ਤਾਂ ਇਹ ਸਾਰੀ ਪ੍ਰੋਬਲਮ ਨੂੰ ਕੌਣ ਦੂਰ ਕਰਦਾ ਰਾਜੇ? ਇਹ ਸਾਰੀ ਪ੍ਰੋਬਲਮ ਨੂੰ ਕੌਣ ਦੂਰ ਕਰਦਾ? ਨਾਰਮਲਾਈਜੇਸ਼ਨ ਦੂਰ ਕਰਦੀ ਆ। ਉਹ ਕਹਿੰਦੀ ਆ ਬਈ ਤੁਸੀਂ ਲਾਰਜ ਡਾਟਾਬੇਸ ਨਾ ਬਣਾਓ, ਇਹਨੂੰ ਡਿਵਾਈਡ ਕਰ ਲਓ। ਠੀਕ ਹੈ, ਉਹ ਡਿਵਾਈਡ ਕਿਵੇਂ ਕਰਦੇ ਹੋ? ਚਲੋ ਉਹ ਤਾਂ ਬਹੁਤ ਮਤਲਬ ਕੰਪਲੈਕਸ ਟਾਸਕ ਹੈ, ਉਹ ਤੁਹਾਨੂੰ ਸਮਝਾਉਣ ਦੀ ਜ਼ਰੂਰਤ ਵੀ ਨਹੀਂ, ਨਾ ਤੁਹਾਨੂੰ ਪੇਪਰ 'ਚ ਪੁੱਛਿਆ ਜਾਣਾ। ਜਸਟ ਤੁਹਾਨੂੰ ਮੈਂ ਸਮਝਾਉਣ ਵਾਸਤੇ ਮੈਂ ਟੇਬਲ ਦੀ ਐਗਜ਼ਾਮਪਲ ਦੱਸਤੀ ਹੈ, ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਬਹਿ ਗਿਆ ਹੋਵੇ ਵੀ ਨਾਰਮਲਾਈਜੇਸ਼ਨ ਯੂਜ਼ ਕਿਉਂ ਕਰਦੇ ਆ। ਇਹ ਇੰਡਾਇਰੈਕਟਲੀ ਵੇ ਦੇ ਨਾਲ ਡੁਪਲੀਕੇਸੀ ਆਉਂਦੀ ਆ। ਮੇਨ ਬਸ ਡਾਟਾ ਦੀ ਡੁਪਲੀਕੇਸੀ ਰਿਮੂਵ ਕਰਨ ਵਾਸਤੇ ਨਾਰਮਲਾਈਜੇਸ਼ਨ ਨੂੰ ਲਿਆਇਆ ਗਿਆ। ਆਈ ਹੋਪ ਤੁਹਾਨੂੰ ਰਾਜ ਅੱਜ ਦਾ ਟੌਪਿਕ ਬਹੁਤ ਵਧੀਆ ਸਮਝ ਆ ਗਿਆ ਹੋਊਗਾ। ਤੇ DBMS ਦਾ ਪਾਤਾ ਆਪਾਂ ਭੋਗ ਅੱਜ, ਤੇ ਇੱਥੋਂ ਹੁਣ 101% ਆਪਾਂ DBMS ਕਰ ਲਿਆ। ਇਸ ਤੋਂ ਬਾਹਰ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾਊਗਾ, ਇਹ ਮੇਰੀ ਗਾਰੰਟੀ ਹੈ। ਤਾਂ ਰਾਈਟ ਹੈ। ਤਾਂ ਮਿਹਨਤਾਂ ਕਰਦੇ ਰਹੋ ਰਾਜੇ, ਮਿਹਨਤਾਂ ਦੇ ਮੁੱਲ ਹੁੰਦੇ ਆ ਤੇ ਮਿਹਨਤਾਂ ਨੂੰ ਫਲ ਲੱਗਦੇ ਆ। ਬਾਬਾ ਮਿਹਰ ਕਰੇ, ਸਰਬਤ ਦਾ ਭਲਾ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ, ਬਾਏ।